ਪੰਜਾਬੀ ਹੈਰਡ ਟੀਵੀ ਅਤੇ ਪੰਜਾਬੀ ਹੈਰਡ ਨਿਊਜ਼ ਵੈਬਸਾਈਟ ਦੇ ਨਾਲ ਸਾਂਝ ਪਾ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜਿਵੇਂ ਅਸੀਂ ਜਾਣਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੈਗੇਟਿਵ ਹੈਗੀਆਂ, ਬਹੁਤ ਸਾਰੀਆਂ ਪੋਜ਼ਿਟਿਵ ਹੈਗੀਆਂ। ਸੋ ਸਮਾਂ ਬਦਲੀ ਜਾਂਦਾ ਹੈ, ਕਈ ਜਿਹੜੀਆਂ ਨੈਗੇਟਿਵ ਚੀਜ਼ਾਂ ਚੰਗੀਆਂ ਲੱਗਦੀਆਂ, ਕਈ ਪੋਜ਼ਿਟਿਵ ਚੀਜ਼ਾਂ ਚੰਗੀਆਂ ਲੱਗਦੀਆਂ। ਅੱਜ ਦੀ ਗੱਲ ਕਰੀਏ, ਕਰੋਨਾ ਦੀ ਗੱਲ ਕਰੀਏ ਤਾਂ ਜਿਹੜਾ ਨੈਗੇਟਿਵ ਚੰਗਾ ਲੱਗਦਾ, ਪੋਜ਼ਿਟਿਵ ਜਿਹੜਾ ਮਾੜਾ ਆ। ਪਰ ਜੇ ਅਸੀਂ ਸੋਚ ਦੀ ਗੱਲ ਕਰੀਏ ਤਾਂ ਕਹਿੰਦੇ ਸੋਚ ਜਿਹੜੀ ਆ ਪੋਜ਼ਿਟਿਵ ਰੱਖਣੀ ਚਾਹੀਦੀ ਆ। ਸੋ ਇਹ ਨੈਗੇਟਿਵ ਜਿਹੜਾ ਪੋਜ਼ਿਟਿਵ ਆ ਹਰ ਸਰੀਰ ਦੇ ਵਿੱਚ ਵੀ ਮੌਜੂਦ ਆ, ਸਾਡੀਆਂ ਜਿਹੜੀਆਂ ਰਗਾਂ ਦੇ ਵਿੱਚ ਆ ਉਹ ਵੀ ਮੌਜੂਦ ਆ। ਸੋ ਗੱਲ ਕਰਾਂਗੇ ਇੱਕ ਖੂਨਦਾਨ ਦੀ, ਜਿਹਨੂੰ ਮਹਾਦਾਨ ਵੀ ਕਿਹਾ ਜਾਂਦਾ। ਤੇ ਜਿਵੇਂ ਅਸੀਂ ਨਿਊਜ਼ੀਲੈਂਡ ਦੇ ਵਿੱਚ ਖੂਨਦਾਨ ਕੈਂਪ ਲਗਾਉਂਦੇ ਹਾਂ, ਇਸ ਤਰ੍ਹਾਂ ਸਾਡੇ ਆਪਣੇ ਹੋਮ ਕੰਟਰੀ ਦੇ ਵਿੱਚ, ਭਾਰਤ ਦੇ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਜਿਹੜੀਆਂ ਜਿਹੜੀਆਂ ਅਨਿੱਖੜਵਾਂ ਰੰਗ ਕੰਮ ਕਰਦੀਆਂ ਆ, ਜਿਹਦੇ ਵਿੱਚ ਜਿਹੜਾ ਖੂਨ ਬਿਲਕੁਲ ਬਹੁਤ ਘੱਟ ਜਿਹੜਾ ਉਸ ਕੈਟਾਗਰੀ ਦੇ ਵਿੱਚ ਮਿਲਦਾ ਆ, ਪਰ ਉਹਦੇ ਵਾਸਤੇ ਵੀ ਜਿਹੜੇ ਦਾਨੀ ਸੱਜਣ ਆ ਉਹ ਕਿਸ ਤਰ੍ਹਾਂ ਉਹ ਚੀਜ਼ ਨੂੰ ਪ੍ਰਮੋਟ ਕਰਦੇ ਆ ਤਾਂ ਕਿ ਜਿਹੜੀ ਕਿਸੇ ਦੀ ਜਾਨ ਬਚਾਈ ਜਾ ਸਕੇ। ਸੋ ਮੇਰਾ ਇਸ ਤਰ੍ਹਾਂ ਹੀ ਜਿੱਦਾਂ ਇੰਟਰਨੈਟ ਦੇ ਉੱਤੇ ਮੈਂ ਸਰਚ ਕਰਕੇ ਇੱਕ ਬਹੁਤ ਹੀ ਜਿਹੜੀ ਵਧੀਆ ਸ਼ਖਸੀਅਤ, ਮਹਾਨ ਸ਼ਖਸੀਅਤ, ਜਿਹੜੇ ਕਿ ਵੱਡੀ ਗੱਲ ਆ ਤੇ ਉਹ ਪੰਜਾਬੀ ਦੇ ਵਿੱਚ ਵੀ ਗੱਲ ਕਰ ਸਕਦੇ ਨੇ, ਈਵਨ ਦਿੱਲੀ ਜਾਂ ਫਰੀਦਾਬਾਦ ਰਹਿੰਦੇ ਹੋਏ ਵੀ, ਉਹਨਾਂ ਦੇ ਨਾਲ ਮੈਂ ਤੁਹਾਡੀ ਅੱਜ ਜਾਣ ਪਹਿਚਾਣ ਕਰਾਉਣੀ ਆ ਤੇ ਉਹਨਾਂ ਕੋਲ ਆਪਾਂ ਤਜਰਬੇ ਜਿਹੜੇ ਉਹਨਾਂ ਦੇ ਸਾਂਝੇ ਕਰਾਂਗੇ ਤੇ ਉਹ ਮਾਨਵਤਾ ਦੀ ਸੇਵਾ ਦੇ ਵਿੱਚ ਕਿਵੇਂ ਆਏ ਅਤੇ ਕਿਵੇਂ ਉਹਨਾਂ ਨੇ ਗਰੁੱਪ ਬਣਾਇਆ। ਤੇ ਮੈਂ ਉਹਨਾਂ ਨੂੰ ਸਵੇਰੇ ਸਵੇਰੇ ਅੱਜ ਠਾਲ ਲਿਆ, ਸਵੇਰੇ ਸੱਜ ਰਹੀ ਆ ਹਜੇ ਇੰਡੀਆ ਦੇ ਵਿੱਚ, ਕਿਉਂਕਿ 5:30 ਹੋਏ ਨੇ, ਤੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਫਤਿਹ ਬੁਲਾਵਾਂਗੇ। ਤੇ ਮਿਸਟਰ ਅਜੇ ਚਾਵਲਾ ਜੀ, ਬਹੁਤ ਬਹੁਤ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਨਮਸਕਾਰ। ਸਤਿ ਸ੍ਰੀ ਅਕਾਲ ਸਰ ਜੀ, ਬਹੁਤ ਬਹੁਤ ਧੰਨਵਾਦ ਕਨੈਕਟ ਕਰਨ ਵਾਸਤੇ, ਸੋਸ਼ਲ ਕਾਜ਼ ਵਾਸਤੇ, ਮੈਸੇਜ ਸਪਰੈਡ ਕਰਨ ਵਾਸਤੇ। ਥੈਂਕ ਯੂ ਜੀ। ਪਹਿਲਾਂ ਤਾਂ ਸੌਰੀ ਜੀ, ਤੁਸੀਂ ਕਿਉਂਕਿ ਮੈਂ ਵੈਸੇ ਮੈਸੇਜ ਛੱਡਿਆ ਸੀ, ਮੈਂ ਕਿਹਾ ਜਦੋਂ ਵੀ ਉੱਠ ਖੜੂਗੇ ਤਾਂ ਉਹਨਾਂ ਨੇ ਕੰਟੈਕਟ ਕਰ ਲੈਣਾ, ਪਰ ਤੁਸੀਂ 5 ਵਜੇ ਉੱਠ ਖੜੇ, ਤੋਂ ਇਹ ਤੋਂ ਪਤਾ ਲੱਗਦਾ ਹੈ ਤੁਸੀਂ ਸਵੇਰੇ ਜਿਹੜੇ ਆ ਜਿਹੜੇ ਕਹਿੰਦੇ ਨਾ ਅਰਲੀ ਬਰਡ ਕੈਚ ਦਾ ਬੋਮ, ਤੇ ਤੁਸੀਂ ਉਹਨਾਂ ਦੇ ਵਿੱਚੋਂ ਲੱਗਦੇ ਅਰਲੀ ਬਰਡ ਜਿਹੜੇ ਸਵੇਰੇ ਸਵੇਰੇ। ਤੇ ਬਹੁਤ ਅੱਛੀ ਗੱਲ ਹੈ ਜੀ ਸਵੇਰੇ ਇਸ ਵਕਤ ਤੇ ਉੱਠਣਾ ਵੀ। ਸੋ ਅਜੇ ਚਾਵਲਾ ਜੀ, ਮੈਂ ਬੜਾ ਹੈਰਾਨ ਹੋਇਆ, ਮੈਂ ਵੈਸੇ ਹੀ ਗੂਗਲ ਦੇ ਉੱਤੇ ਕੁਝ ਸਰਚ ਕਰਦਾ ਸੀਗਾ ਤੇ ਇੱਕ ਮੈਨੂੰ ਸਟੋਰੀ ਲੱਭੀ ਤੁਹਾਡੀ, ਜਿਹਦੇ ਤੋਂ ਮੈਂ ਤੁਹਾਡਾ ਫਿਰ ਨੰਬਰ ਲਿਆ। ਤੇ ਕਿਉਂਕਿ ਇਸ ਤੋਂ ਪਹਿਲਾਂ ਮੈਂ ਨਾ ਨਿਊਜ਼ੀਲੈਂਡ ਜਿਹੜਾ ਬਲੱਡ ਡੋਨਰ ਵਾਲੇ ਆ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਸੀਗਾ, ਤੇ ਚੈੱਕ ਕੀਤਾ ਜਾਵੇ ਵੀ ਨਿਊਜ਼ੀਲੈਂਡ ਦੇ ਵਿੱਚ ਕੋਈ ਮੈਂ ਸਟੋਰੀ ਕ੍ਰੀਏਟ ਕਰਨਾ ਚਾਹੁੰਦਾ ਸੀ ਆਪਣੇ ਅਖਬਾਰ ਵਾਸਤੇ, ਤੇ ਕਿੰਨੇ ਕੁ ਤਰ੍ਹਾਂ ਦੇ ਗਰੁੱਪ ਹੈਗੇ ਆ, ਕਿਹੜੇ ਰੇਅਰ ਹੈਗੇ ਆ, ਕੀ ਜਿਹੜਾ ਬਲੱਡ ਜੇ ਕਿਸੇ ਨੂੰ ਲੋੜ ਪੈ ਜਾਂਦੀ ਅੱਜ ਕਰੋਨਾ ਦੇ ਜਿੱਦਾਂ ਲੋਕਡਾਊਨ ਚੱਲਦਾ ਪਿਆ ਤਾਂ ਕਿਸ ਤਰ੍ਹਾਂ ਦੀ ਹੋਣੀ, ਇਸ ਤਰ੍ਹਾਂ ਦੀ ਮੈਂ ਇੱਕ ਸਟੋਰੀ ਕਵਰ ਕਰਨਾ ਚਾਹੁੰਦਾ ਸੀਗਾ ਤੇ ਤੁਹਾਡੀ ਸਟੋਰੀ ਮੈਨੂੰ ਮਿਲ ਗਈ। ਤੇ ਜਦੋਂ ਮੈਂ ਤੁਹਾਡੀ ਸਟੋਰੀ ਦੇ ਉੱਤੇ ਆਇਆ ਤਾਂ ਇੱਕ ਗੱਲ ਜਿਹੜੀ ਮੈਨੂੰ ਬਹੁਤ ਜਿਹੜੀ ਵਧੀਆ ਲੱਗੀ, ਜਿਹਦਾ ਸੀਗਾ ਉਹ ਨੈਗੇਟਿਵ ਤੇ ਸੋਚ ਪੋਜ਼ਿਟਿਵ। ਸੋ ਸਟੋਰੀ ਦਾ ਜਿਹੜਾ ਹੈਡਿੰਗ ਸੀਗਾ, ਤਾਂ ਮੈਨੂੰ ਜਦੋਂ ਮੈਂ ਪੜ੍ਹਦਾ ਐਂਡ ਦੇ ਉੱਤੇ ਗਿਆ ਤਾਂ ਤੁਹਾਡਾ ਸੰਪਰਕ ਨੰਬਰ ਸੀ, ਤੁਹਾਡੇ ਨਾਲ ਸੰਪਰਕ ਹੋਇਆ। ਤੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਜੀ, ਤੁਹਾਡਾ ਜਿਹੜਾ ਹੈਗਾ ਆ ਖੂਨਦਾਨ ਕਰਨ ਦੇ ਨਾਲ ਜਿਹੜਾ ਰਿਸ਼ਤਾ ਆ ਉਹ ਕਿੰਨਾ ਕੁ ਪੁਰਾਣਾ ਆ? ਇਹ ਹੋ ਗਈ ਜੀ, ਅੱਜ ਤੋਂ 2012 ਦੀ ਗੱਲ ਹੈਗੀ ਹੈ ਜੀ। 2012 ਤੋਂ ਮੇਰਾ ਫਸਟ ਡੋਨੇਸ਼ਨ ਵਾਸਤੇ ਮੈਂ ਆਪਣੇ ਕੰਪਨੀ ਪ੍ਰਮਾਈਸਿਸ 'ਚ ਸਾਡਾ ਕੈਂਪ ਲੱਗਿਆ ਸੀ, ਤੇ ਮੈਂ ਕਿਹਾ ਚਲੋ ਸਾਰੇ ਬਲੱਡ ਜਿਹੜੇ ਆ ਆਪਾਂ ਵੀ ਚਲੀਏ ਬਲੱਡ ਦੇਣ। ਤੇ ਜਦੋਂ ਬਲੱਡ ਟੈਸਟ ਕਰਾਇਆ ਤੇ ਡਾਕਟਰ ਕਹਿੰਦੇ ਭਾਈ ਤੇਰਾ ਤਾਂ O ਨੈਗੇਟਿਵ ਬਲੱਡ ਗਰੁੱਪ ਹੈਗਾ। ਅੱਛਾ ਜੀ, ਉਹ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਆਪਣੇ ਗਰੁੱਪ ਦਾ ਵੀ? ਹਾਂ, ਮੈਨੂੰ ਨਹੀਂ ਪਤਾ ਸੀ। ਮੈਨੂੰ ਇਸ ਬਾਰੇ ਬਿਲਕੁਲ ਨੌਲੇਜ ਨਹੀਂ ਸੀ, ਫਸਟ ਡੋਨੇਸ਼ਨ ਸੀ ਮੇਰੀ। ਤੇ ਡਾਕਟਰ ਕਹਿਣ ਲੱਗੇ ਇਹ ਤਾਂ ਬੜਾ ਰੇਅਰ ਗਰੁੱਪ ਹੈਗਾ, ਇਹ ਤਾਂ ਬੜੇ ਘੱਟ ਬੰਦੇ 'ਚ ਮਿਲਦਾ ਹੈਗਾ, ਤੇ ਇਹਨੂੰ ਤੂੰ ਥੋੜਾ ਆਪਣਾ ਧਿਆਨ ਵੀ ਰੱਖਣਾ ਹੈਗਾ, ਜੇ ਕੋਈ ਸੱਟ ਨਾ ਲੱਗ ਜਾਏ ਤੇ ਕੁਝ ਮਿਸ ਹੈਪਨਿੰਗ ਨਾ ਹੋ ਜਾਏ, ਤੇ ਥੋੜਾ ਆਪਣੀ ਸੇਫਟੀ ਵੀ ਰੱਖਣੀ ਹੈਗੀ ਜੀ। ਉਹ ਬਸ ਬਲੱਡ ਡੋਨੇਟ ਕੀਤਾ ਤੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਸੋਚਿਆ ਆਪਣੇ ਬਾਰੇ ਵੀ, ਡਾਕਟਰ ਨੇ ਇੱਕ ਨੈਗੇਟਿਵ ਗੱਲ ਵੀ ਦੱਸੀ ਕਿ ਆਪਣਾ ਧਿਆਨ ਰੱਖਣਾ ਹੈ ਜ਼ਿਆਦਾ। ਮੈਂ ਕਿਹਾ ਅਗਰ ਧਿਆਨ ਰੱਖਣਾ ਹੈ ਤਾਂ ਫਿਰ ਬਲੱਡ ਤਾਂ ਸਾਨੂੰ ਵੀ ਲੋੜ ਪੈ ਸਕਦਾ ਕਿਸੇ ਵੀ ਟਾਈਮ। ਹਾਂਜੀ, ਫਿਰ ਕਿਉਂ ਨਾ ਇਸ ਆਈਡੀਆ ਤੇ ਕੁਝ ਕੰਮ ਕਰੀਏ, ਵੀ ਹੋਰ ਬੰਦੇ ਲੱਭੀਏ ਕਿੱਥੇ ਮਿਲਣਗੇ ਉਹ ਨੈਗੇਟਿਵ ਵਾਲੇ। ਜੇ ਘਰ ਵਾਲੇ ਨੂੰ ਪਤਾ ਹੋਣਾ ਚਾਹੀਦਾ ਕਿ ਐਮਰਜੈਂਸੀ ਕਿਹਨੂੰ ਫੋਨ ਕਰਨਾ ਅਗਰ ਬਾਈ ਚਾਂਸ ਬਲੱਡ ਦੀ ਜ਼ਰੂਰਤ ਪੈ ਜਾ ਤਾਂ। ਤੇ ਮਤਲਬ ਤੁਹਾਨੂੰ ਜਦੋਂ ਖੂਨਦਾਨ ਗਏ ਤੁਹਾਨੂੰ ਇੱਕ ਆਪਣਾ ਜਿੱਦਾਂ ਕਿ ਇਨ ਫਿਊਚਰ ਦਾ ਤੁਸੀਂ ਕੁਝ ਜਿੱਦਾਂ ਸੋਚਣ ਲੱਗੇ ਬਈ ਬਾਈ ਚਾਂਸ ਜੇ ਰੇਅਰ ਹੈਗਾ ਤਾਂ ਮੈਨੂੰ ਕਿਵੇਂ ਖੂਨ ਮਿਲੂਗਾ, ਤਾਂ ਉਸ ਮਤਲਬ ਥਿਊਰੀ ਦੇ ਉੱਤੇ ਤੁਹਾਡਾ ਦਿਮਾਗ ਜਿਹੜਾ ਉਧਰ ਨੂੰ ਤੁਸੀਂ ਸੋਚਣ ਲੱਗੇ? ਜੀ ਜੀ ਜੀ, ਮਤਲਬ ਉਹੀ ਕਹਿੰਦੇ ਨੇ ਕਿ ਨੈਗੇਟਿਵ ਹੈਗਾ ਬਲੱਡ ਗਰੁੱਪ ਤੇ ਸੋਚ ਪੋਜ਼ਿਟਿਵ ਆ ਗਈ ਉੱਥੋਂ ਜੀ। ਬਿਲਕੁਲ। ਵਾਈ ਨਾਟ ਟੂ ਵਰਕ ਔਨ ਦਿਸ। ਫਿਰ ਆਪਣਾ 2-4 ਉਸ ਟਾਈਮ ਗੂਗਲ ਤੇ ਸਰਚ ਕੀਤਾ, ਸਰਚ ਇੰਜਨ ਲੱਭੇ, ਆਪਣੇ ਫਰੈਂਡਸ ਨੂੰ ਫੋਨ ਕੀਤਾ। ਮੈਂ ਕਿਹਾ ਕਿਸੇ ਕੋ ਜਾਣਦੇ ਹੋ ਜਿਹੜਾ ਉਹ ਨੈਗੇਟਿਵ ਹੋਣ ਤੇ? ਸਾਨੂੰ 8-10 ਬੰਦੇ ਮਿਲੇ। ਅੱਛਾ ਜੀ, ਸੋਸ਼ਲ ਨੈਟਵਰਕ ਤੋਂ, ਇੰਟਰਨੈਟ ਤੋਂ, ਜਾਂ ਇੱਥੋਂ ਉੱਥੋਂ ਜਿੱਥੋਂ ਵੀ 8-10 ਬੰਦੇ ਮਿਲੇ ਜਿਹਨਾਂ ਦਾ ਉਹ ਨੈਗੇਟਿਵ ਸੀ। ਫਿਰ ਮੈਂ ਕੀ ਕੀਤਾ, ਇੱਕ ਡੇਟਾ ਕੰਪਾਈਲ ਕੀਤਾ
ਤੇ ਉਹਨਾਂ 8-10 ਬੰਦਿਆਂ ਨੂੰ ਐਕਸਲ ਸ਼ੀਟ ਬਣਾ ਕੇ ਭੇਜਤੀ ਕਿ ਜੀ ਇਹ ਆਪਣੇ ਫੈਮਿਲੀ ਨੂੰ ਸ਼ੇਅਰ ਕਰ ਦਿਓ, ਬਾਈ ਚਾਂਸ ਅੱਧੀ ਰਾਤੀ ਕੋਈ ਐਮਰਜੈਂਸੀ ਹੋਏ ਤਾਂ ਇਹ 8-10 ਬੰਦੇ ਆ ਜਿਨ੍ਹਾਂ ਨੂੰ ਫੋਨ ਕਰਨਾ ਹੈਗਾ ਬਲੱਡ ਵਾਸਤੇ। ਸੋ ਠੀਕ ਹੈ ਦਿਸ ਜੀ। ਇਜ਼ ਹਾਂਜੀ, ਇਸ ਤਰ੍ਹਾਂ ਸਟਾਰਟ ਹੋਇਆ ਹੈ। ਇਹ 8-10 ਬੰਦੇ ਫਿਰ ਜਿੱਦਾਂ ਤੁਹਾਡੇ, ਤੁਸੀਂ ਡਾਟਾ ਕਿੱਥੋਂ ਆਪ ਸਰਚ ਕੀਤਾ ਜਾਂ ਡਾਕਟਰ ਸਾਹਿਬ ਕੋਲੋਂ ਲਿਆ ਜਾਂ ਕਿੱਦਾਂ? ਨਹੀਂ ਆਪ ਪਰਸਨਲੀ ਸਰਚ ਕੀਤਾ, ਆਪਣਾ ਇੰਟਰਨੈਟ ਤੋਂ ਦੇਖਿਆ, ਇੱਥੇ ਉੱਤੇ ਫੋਨ ਕੀਤੇ ਯਾਰਾਂ ਦੋਸਤਾਂ ਨੂੰ, ਪਤਾ ਚੱਲਿਆ ਤੇ ਨੰਬਰ ਸੇਵ ਕਰਦੇ ਰਹੇ ਤੇ 8-10 ਬੰਦੇ ਸਾਨੂੰ ਉਸ ਟਾਈਮ ਲੱਕੀਲੀ ਮਿਲ ਗਏ ਜਿਨ੍ਹਾਂ ਦਾ ਉਹ ਨੈਗੇਟਿਵ ਗਰੁੱਪ ਸੀ। ਉਸ ਵੇਲੇ ਤੁਸੀਂ ਇੱਕ WhatsApp ਗਰੁੱਪ ਬਣਾਇਆ, ਇਹ ਕਿਹੜੇ ਸਾਲ ਦੀ ਗੱਲ ਆ ਅਜੇ ਜੀ? ਇਹ 2012 ਦੀ ਗੱਲ ਹੈ ਸਰ। WhatsApp ਤਾਂ ਉਸ ਟਾਈਮ ਨਹੀਂ ਸੀ। ਮੈਂ ਉਹੀ ਕਹਿ ਰਿਹਾ, ਕੰਪਿਊਟਰ 'ਚ ਡੇਟਾ ਕੰਪਾਈਲ ਕਰਕੇ ਅੱਛਾ, ਸਭ ਨੂੰ ਮੇਲ ਕਰਤੀ, ਐਕਸਲ ਸ਼ੀਟ ਮੇਲ ਬਣਾ ਲਈ ਕਰਤੀ ਤੁਸੀਂ? ਤੇ SMS ਦੇ ਥਰੂ ਆਪਾਂ ਮੈਸੇਜ ਸ਼ੇਅਰ ਕਰਦੇ ਸੀ ਉਸ ਟਾਈਮ। ਅੱਛਾ ਜੀ। ਹਾਂਜੀ। ਸੋ ਫਿਰ ਇਹ ਜਿਹੜਾ ਤੁਹਾਡਾ ਗਰੁੱਪ ਆ, ਇਹ ਫਿਰ ਕਦੋਂ ਗਰੋ ਹੋਇਆ, ਜਿੱਦਾਂ ਕਦੋਂ ਲੋਕਾਂ ਨੇ ਅਪਰੋਚ ਕੀਤੀ ਵੀ ਸਾਨੂੰ ਬਲੱਡ ਚਾਹੀਦਾ? ਇਹ ਬਾਅਦ ਚੋਂ ਫਿਰ ਅਸੀਂ ਜਿਸ ਤਰ੍ਹਾਂ ਨੈਟਵਰਕ ਸਾਨੂੰ, ਫਿਰ ਅਸੀਂ ਹਸਪੀਟਲ ਜਾਂਦੇ ਰਹੇ, ਇੱਕ ਦੂਜੇ ਨੂੰ ਡੋਨੇਟ, ਕਿਸੇ ਦੀ ਵੀ ਕਾਲ ਆ ਗਈ ਕਿ ਮਤਲਬ ਅਨਨੋਨ ਫੈਮਿਲੀਜ਼ ਦੀ ਕਾਲ ਆਉਂਦੀ ਸੀ ਸਾਨੂੰ, ਰੈਫਰੈਂਸ ਸਾਡਾ ਹੀ ਹੁੰਦਾ ਸੀ, ਲੇਕਿਨ ਅਸੀਂ ਅਨਨੋਨ ਲੋਕਾਂ ਨੂੰ ਸਪੋਰਟ ਕਰਦੇ ਸੀ। ਤੇ ਮੈਂ ਇੱਕ ਵਾਰ ਹਸਪੀਟਲ ਪਹੁੰਚਿਆ, ਆਰਟੇਮਿਸ ਹਸਪੀਟਲ ਹੈਗਾ ਗੁੜਗਾਉਂ, ਉੱਥੋਂ ਕੋਈ ਫੋਨ ਆਇਆ ਬਲੱਡ ਬੈਂਕ ਤੋਂ, ਉਹਨਾਂ ਨੂੰ ਪਤਾ ਚੱਲਿਆ ਹੋਣਾ ਸਾਡਾ ਨੰਬਰ ਹੈਗਾ ਉਹ ਨੈਗੇਟਿਵ। ਜਿਸ ਤਰ੍ਹਾਂ ਹੁਣ ਤੁਸੀਂ ਬਲੱਡ ਡੋਨੇਟ ਕਰੋ ਤਾਂ ਡਾਕਟਰਸ ਕੋਲ ਵੀ ਡੇਟਾ ਤੁਹਾਡਾ ਸ਼ੇਅਰ ਹੋ ਜਾਂਦਾ ਹੈ ਕਿ ਇਹ ਫਲਾਣਾ ਬੰਦਾ ਹੈਗਾ, ਇਸ ਦਾ ਉਹ ਨੈਗੇਟਿਵ ਹੈਗਾ। ਤੇ ਆਈ ਰਿਸੀਵਡ ਅ ਕਾਲ ਫਰਮ ਆਰਟੇਮਿਸ ਹਸਪੀਟਲ ਗੁੜਗਾਉਂ, ਤੇ ਉਹਨਾਂ ਨੇ ਕਿਹਾ ਜੀ ਇੱਥੇ ਇੱਕ ਪੇਸ਼ੈਂਟ ਐਡਮਿਟ ਹੈਗੇ, ਤੁਸੀਂ ਆ ਕੇ ਇਹਨਾਂ ਦੀ ਲਾਈਫ ਨੂੰ ਸਪੋਰਟ ਕਰੋ। ਉੱਥੇ ਪਹੁੰਚੇ ਜੀ, ਤੇ ਮੇਰਾ ਇੱਕ ਬੰਦਾ ਮਿਲਿਆ ਉੱਥੇ। ਮੈਂ ਉਹਨੂੰ ਪੁੱਛਿਆ ਜੀ ਆਪ कैसे, कहना मैं इस पेशेंट के ब्लड डोनेट करना आया। ਤੇ ਮੈਂ ਕਿਹਾ ਜੀ ਮੈਂ ਵੀ ਇसी पेशेंट ਵਾਸਤੇ ਬਲੱਡ ਡੋਨੇਟ ਕਰਨ ਆਇਆ। ਤਾਂ ਉਹ ਕਹਿੰਦੇ ਕਿੱਥੇ ਰਹਿੰਦੇ ਹੋ? ਮੈਂ ਕਿਹਾ ਮੈਂ ਫਰੀਦਾਬਾਦ ਰਹਿੰਦਾ। ਕਹਿੰਦਾ ਮੈਂ ਵੀ ਫਰੀਦਾਬਾਦ ਰਹਿੰਦਾ। ਫਰੀਦਾਬਾਦ ਕਿਹੜੀ ਜਗ੍ਹਾ? ਕਹਿੰਦਾ ਸੈਕਟਰ 49। ਸੈਕਟਰ 49 ਦਾ ਪਤਾ ਚੱਲਿਆ ਵੀ ਸੇਮ ਲੋਕੈਲਿਟੀ ਰਹਿ ਰਹੇ ਅਸੀਂ। ਤੇ ਫਿਰ ਅਸੀਂ ਉਸਦਾ ਵੀ ਉਹ ਨੈਗੇਟਿਵ, ਗੌਰਵ ਸਚਦੇਵਾ ਨਾਂ ਸੀ ਮੁੰਡੇ ਦਾ, ਤੇ ਉਹਨਾਂ ਨੂੰ ਫਿਰ ਰਿਕੁਐਸਟ ਕੀਤੀ ਕਿ ਯਾਰ ਨਾਲ ਮਿਲ ਕੇ ਕੰਮ ਕਰਦੇ ਆ, ਇਹ ਤਾਂ ਰੇਅਰ ਗਰੁੱਪ ਹੈਗਾ ਤੇ ਵਾਈ ਨਾਟ ਟੂ ਵਰਕ ਔਨ ਦਿਸ। ਬਸ ਉਸ ਤਰ੍ਹਾਂ ਫਿਰ ਸਿਲਸਿਲਾ ਸ਼ੁਰੂ ਹੋਇਆ। ਅਸੀਂ ਦੋਨੋਂ ਅੱਛੇ ਫਰੈਂਡ ਬਣ ਗਏ ਤੇ ਵੀ ਸਟਾਰਟਡ ਸਪੋਰਟਿੰਗ ਲਾਈਫਸ। ਸੋ ਫਿਰ ਤੁਸੀਂ ਜਦੋਂ ਹੋਰ ਲੱਭੇ, ਤੇ ਇਸ ਵੇਲੇ ਜੇ ਆਪਾਂ ਗਰੁੱਪ ਦੇ ਵਿੱਚ ਗੱਲ ਕਰੀਏ ਤਾਂ ਤੁਹਾਡੇ ਹਾਂਜੀ ਟੋਟਲ ਕਿੰਨੇ ਮੈਂਬਰ ਜਿਹੜੇ ਉਹ ਨੈਗੇਟਿਵ ਵਾਲੇ ਹੋ ਗਏ ਨੇ? ਤੇ ਤੁਸੀਂ ਗਰੁੱਪ ਦਾ ਹੁਣ ਜਿਹੜਾ ਨਾਮ ਆ ਜਾਂ ਤੁਹਾਡਾ ਜਿਹੜਾ ਮੋਟੋ ਹੈਗਾ ਹਾਂਜੀ ਉਹ ਕੀ ਰੱਖਿਆ ਇਸ ਹਾਂਜੀ ਵੇਲੇ? ਸਾਡੇ ਗਰੁੱਪ ਦਾ ਨਾਂ ਹੈਗਾ ਉਹ ਨੈਗੇਟਿਵ ਗਰੁੱਪ। ਉਹ ਨੈਗੇਟਿਵ ਡੋਨਰਸ ਹੈਗਾ ਵੈਸੇ ਨਾਂ ਗਰੁੱਪ ਦਾ, ਕਿਉਂਕਿ ਅਸੀਂ ਇਸ ਵਿੱਚ ਐਕਸਕਲੂਸਿਵ ਉਹ ਨੈਗੇਟਿਵ ਡੋਨਰਸ ਐਡ ਕੀਤੇ। ਤੇ 2015-16 ਚ WhatsApp ਜਦੋਂ ਆਇਆ ਤੇ ਸਾਰੇ ਨੰਬਰ ਜਿੰਨੇ ਸਾਡੇ ਕੋਲ ਸੀ, ਟਾਈਮ ਚੱਲਦਾ ਗਿਆ 2012 ਤੋਂ ਫਿਰ 3-4 ਸਾਲ ਨਿਕਲ ਕੇ ਸਾਡੇ ਕੋਲ 30-40 ਡੋਨਰ ਹੋ ਗਏ। ਫਿਰ ਉਹਨਾਂ ਨੂੰ ਅਸੀਂ WhatsApp ਤੇ ਕਨੈਕਟ ਕਰ ਲਿਆ। ਤੇ ਫਿਰ ਜਿਸ ਤਰ੍ਹਾਂ ਫਿਰ ਸਾਡਾ ਨਵਭਾਰਤ ਟਾਈਮਸ ਇੱਕ ਲੋਕਲ ਨਿਊਜ਼ਪੇਪਰ ਹੈਗਾ ਇੱਥੇ, ਇਟਸ ਵਨ ਆਫ ਦਾ ਬਿਗੇਸਟ ਨਿਊਜ਼ਪੇਪਰ। ਇਸੇ ਸਾਡਾ ਆਰਟੀਕਲ ਸ਼ੇਅਰ ਹੋਇਆ ਕਿ ਇਹ ਮੁੰਡੇ ਹੈਗੇ, ਇਹਨਾਂ ਦੀ ਸੋਚ ਪੋਜ਼ਿਟਿਵ ਹੈਗੀ ਤੇ ਬਲੱਡ ਡੋਨੇਸ਼ਨ ਤੇ ਕੰਮ ਕਰ ਰਹੇ ਹੈਗੇ। ਤੇ ਫਿਰ ਉਸ ਤਰ੍ਹਾਂ ਅਸੀਂ WhatsApp ਗਰੁੱਪ ਤੇ ਕਨੈਕਟ ਕਰਕੇ ਸਾਰਿਆਂ ਨੂੰ ਐਡ ਕਰਦੇ ਗਏ ਤੇ ਅੱਜ ਸਾਡੇ ਗਰੁੱਪ ਵਿੱਚ 107 ਬਲੱਡ ਡੋਨਰ ਹੈਗੇ। ਸੋ ਜਿਹੜੇ ਤੁਹਾਡੇ ਗਰੁੱਪ ਮੈਂਬਰ ਹੈਗੇ ਨੇ, ਇਹ ਜਿੱਦਾਂ ਜਿਹੜਾ ਖੂਨ ਆ ਆਲਮੋਸਟ ਜਿਹਦਾ ਕਿੰਨੇ ਮਹੀਨੇ ਬਾਅਦ ਜਿਹੜਾ ਦਾਨ ਕੀਤਾ ਜਾ ਸਕਦਾ ਹੈ, ਤੇ ਕਿਸ ਤਰ੍ਹਾਂ ਉਹਦੀ ਜਿਹਦਾ ਸਾਰਾ ਤੁਸੀਂ ਹੁਣ ਰਿਕਾਰਡ ਰੱਖਣਾ ਸ਼ੁਰੂ ਕੀਤਾ, ਕਿਹੜਾ ਬੰਦਾ ਕਿੱਥੇ ਗਿਆ ਜਾਂ ਕਿਸ ਤਰ੍ਹਾਂ? ਹਾਂਜੀ WhatsApp ਗਰੁੱਪ ਤੇ ਹੀ ਸਾਰਾ ਸ਼ੇਅਰ। ਦੇਖੋ ਬਹੁਤ ਜ਼ਿਆਦਾ ਕਿਉਂਕਿ ਹਿਊਮੈਨਿਟੀ ਪਾਰਟ ਹੈਗਾ, ਬਹੁਤ ਜ਼ਿਆਦਾ ਚੀਜ਼ਾਂ ਨੂੰ ਫਾਰਮਲਾਈਜ਼ ਨਹੀਂ ਕੀਤਾ। ਬਸ ਸਿੰਪਲ ਇੱਕ ਹੈਗਾ WhatsApp ਗਰੁੱਪ ਤੇ ਕਨੈਕਟਡ ਹੈਗੇ ਅਕ੍ਰੋਸ ਇੰਡੀਆ। ਮੇਰੇ ਕੋਲ ਕਾਲ ਆਉਂਦੀ ਹੈਗੀਆਂ, ਜਿਸ ਤਰ੍ਹਾਂ 2 ਦਿਨ ਪਹਿਲੇ ਮੇਰੇ ਕੋਲ ਵਾਰਾਣਸੀ ਤੋਂ ਕਾਲ ਆਇਆ। ਸੋ ਸਾਡੇ ਕੋਲ ਵਾਰਾਣਸੀ ਦੇ ਵੀ ਡੋਨਰ ਹੈਗੇ, ਜੈਪੁਰ ਦੇ ਵੀ ਹੈਗੇ, ਹਿਮਾਚਲ ਦੇ ਵੀ ਹੈਗੇ, ਪੰਜਾਬ ਦੇ ਵੀ ਹੈਗੇ, ਬੰਬੇ ਦੇ ਵੀ ਹੈਗੇ। ਤੇ ਜਿਸ ਤਰ੍ਹਾਂ ਕੋਈ ਕਾਲ ਆਉਂਦੀ ਹੈ, ਇੱਕ ਤਾਂ ਹੈਗਾ ਸਾਡਾ ਆਪਣਾ ਡੇਟਾਬੇਸ ਕਨੈਕਟ ਕਰਦੇ ਆ, ਤੇ ਹੋਰ ਜਿਹੜਾ ਕਾਫੀ ਬਲੱਡ ਡੋਨਰਸ ਦੀ ਸਾਈਟ ਹੈਗੀ ਉੱਥੋਂ ਡੇਟਾ ਕਨੈਕਟ ਕਰਕੇ ਉਹਨਾਂ ਨੂੰ ਲੋਕਲ ਨੰਬਰ ਪ੍ਰੋਵਾਈਡ ਕਰਦੇ, ਇਹ ਲੋਕਲ ਬੰਦੇ ਹੈਗੇ, ਇਹਨਾਂ ਦੀ ਸਪੋਰਟ ਲਓ ਤੁਸੀਂ। ਸਮਝ ਲਓ ਆਪਣੇ ਅਜੇ ਜੀ ਜਿਹਦਾ ਲੋਡ ਸਮਝ ਲਓ ਦਿੱਲੀ ਦੇ ਵਿੱਚ ਆ, ਬੰਦਾ ਹਸਪੀਟਲ ਐਡਮਿਟ ਆ, ਪਰ ਜਿਹੜਾ ਡੋਨਰ ਆ ਉਹ ਦੂਰ ਬੈਠਾ ਆ, ਚਾਹੇ ਆਪਾਂ ਫਰੀਦਾਬਾਦ ਲਾ ਲਈਏ, ਚਾਹੇ ਹਰਿਆਣੇ 'ਚ ਬੈਠਾ, ਪੰਜਾਬ 'ਚ ਬੈਠਾ, ਉਹ ਫਿਰ ਕਿਸ ਤਰ੍ਹਾਂ ਅਪਰੋਚ, ਮਤਲਬ ਬੰਦੇ ਨੂੰ ਖੁਦ ਆ ਕੇ ਉਸ ਵੇਲੇ ਬਲੱਡ ਦੇਣਾ ਪੈਂਦਾ ਔਨ ਸਾਈਟ ਆ ਕੇ, ਜਾਂ ਕਿਸ ਤਰ੍ਹਾਂ ਕਰਦੇ ਆ? ਦੇਖੋ ਡੋਨੇਸ਼ਨ ਹੁੰਦੀ ਹੈ 3 ਤਰੀਕੇ ਦੇ। ਇੱਕ ਤਾਂ ਹੈਗਾ ਤੁਹਾਨੂੰ ਲਾਈਵ ਡੋਨਰ ਚਾਹੀਦਾ ਜੇ ਤੁਹਾਨੂੰ ਲਾਈਵ ਡੋਨਰ ਭੇਜਣਾ ਪੈਂਦਾ। ਦੂਸਰਾ ਪੈਕ ਬਲੱਡ ਵੀ ਹੁੰਦਾ ਹੈ, ਜੇ ਪੈਕੇਟ ਬੰਦਾ ਆ ਕੇ ਕਲੈਕਟ ਕਰਕੇ ਲੈ ਜਾ, ਜੇ ਉੱਥੋਂ ਨਹੀਂ ਅਰੇਂਜ ਹੋ ਰਿਹਾ ਤਾਂ ਇਸ ਤਰ੍ਹਾਂ ਵੀ ਡੋਨੇਟ ਕਰਦੇ ਹੈਗੇ ਆ। ਤੇ ਸਪੋਜ਼ ਕਰੋ ਸਾਡੇ ਕੋਲ ਦਿੱਲੀ ਕਾਲ ਆਇਆ, ਤੇ ਸਾਡੇ ਕੋਲ ਦਿੱਲੀ ਦਾ ਡੇਟਾ ਬੇਸ ਹੈਗਾ ਕਿ ਕਿੰਨੇ ਲੋਕਲ ਨੈਟਵਰਕ ਵਿੱਚ ਉੱਥੇ ਬੰਦੇ ਹੈਗੇ। ਅਸੀਂ ਉਹਨਾਂ ਨੂੰ 1-to-1 ਰਿਕੁਐਸਟ ਕਰਦੇ ਹਾਂ, ਫੋਨ ਤੇ ਕਹਿੰਦੇ ਹਾਂ ਤੇ WhatsApp ਗਰੁੱਪ ਤੇ ਮੈਸੇਜ ਪਾਉਂਦੇ ਹਾਂ ਬਈ ਇਹ ਰਿਕੁਆਇਰਮੈਂਟ ਹੈਗੀ ਐਜ਼ ਆਫ ਨਾਓ, ਤੇ ਤੁਸੀਂ ਜਾ ਕੇ ਸਪੋਰਟ ਕਰ ਸਕਦੇ ਹੋ। ਜੇ ਨਹੀਂ ਕਰ ਸਕਦੇ ਦੈਨ ਵੀ ਕਨੈਕਟ
people from गुड़गांव हो गया, नोएडा हो गया, फरीदाबाद हो गया, फिर ਅਸੀਂ ਸੈਕੰਡ ਅਟੈਂਪਟ ਅਸੀਂ ਆਪ ਕਰਦੇ ਹੈਗੇ। ਇਸ ਇਹ ਤਰ੍ਹਾਂ ਮੈਨੇਜ ਹੁੰਦਾ। ਜਿਹੜੀ ਸਾਰੀ ਸੇਵਾ ਹੈਗੀ ਆ ਮਤਲਬ ਵਲੰਟੀਅਰ ਹੀ ਕਰ ਰਹੇ ਆ ਜਾਂ ਕੋਈ ਮਤਲਬ ਸਾਰੀ ਫ੍ਰੀ ਸੇਵਾ ਕਰਦੇ ਜਿੰਨੇ ਵੀ ਤੁਹਾਡੇ ਡੋਨਰ ਹੈਗੇ ਨੇ, ਜਾਂ ਕੋਈ ਇਹਦੇ ਕੋਈ ਚਾਰਜ ਜਾਂ ਸਮਝੋ ਲੈਬ ਟੈਸਟ ਦੇ ਕੁਝ ਖਰਚਾ ਲੈਣੇ ਆ ਜਾਂ ਕਿਸ ਤਰ੍ਹਾਂ ਹੁੰਦਾ ਤੁਹਾਡਾ? ਜਿੱਥੇ ਵੀ ਬਲੱਡ ਡੋਨੇਟ ਹੁੰਦਾ ਹੈ ਪੇਸ਼ੈਂਟ ਕੋਲੋਂ ਉਸਦਾ ਟੈਸਟਿੰਗ ਚਾਰਜ ਦਿੱਤਾ ਜਾਂਦਾ, ਸਿਰਫ ਬੇਸਿਕ ਚਾਰਜ ਜਿਹੜਾ ਹੈਗਾ 1400-1500 ਰੁਪਏ ਟੈਸਟਿੰਗ ਚਾਰਜ ਲੈਂਦੇ। ਸਾਡੇ ਵੱਲੋਂ ਵੋਲੰਟਰੀ ਸਰਵਿਸ ਹੈਗੀ, ਕਿਉਂਕਿ ਇਹ ਹਿਊਮਨ ਸਰਵਿਸ ਹੈਗੀ, ਇਸੇ ਕੋਈ ਚਾਰਜ ਬਣਦਾ ਨਹੀਂ। ਬਟ ਥੋੜੇ ਜਿਹੇ ਮਿਥ ਅੱਜ ਕੱਲ ਚਲੇ ਵੀ ਹੈਗੇ ਕਿ ਲੋਕੀ ਆਪ ਫੋਨ ਕਰਦੇ ਹੈਗੇ, ਸਪੈਸ਼ਲੀ ਥੋੜੇ ਜਿਹੇ ਰਿਚ ਕਲਾਸ ਫੋਨ ਜਿਹੜੇ ਫੈਮਿਲੀ ਹੁੰਦੇ ਦੇ ਕੈਨ ਅਫੋਰਡ ਕਿ ਬਈ ਸਾਨੂੰ ਕਿਸੇ ਕਾਸਟ ਤੇ ਵੀ ਬਲੱਡ ਮਿਲ ਜਾਓ, ਸਾਨੂੰ ਫੋਨ ਕਰਦੇ ਕਿ ਸਰ ਜੀ ਦੱਸੋ ਕਿੰਨੇ ਪੈਸੇ ਲੈਣੇ। ਸਾਡੇ ਹਿਊਮਨ ਸਰਵਿਸ ਹੈਗੀ, ਹਿਊਮੈਨਿਟੀ ਨੂੰ ਲਾਈਵ ਕਰਨਾ ਹੈਗਾ, ਸਾਡੇ ਕੋਈ ਚਾਰजेस ਨਹੀਂ ਹੈਗੇ। ਤੁਸੀਂ ਜਿਹੜਾ ਬਲੱਡ ਦਾ ਟੈਸਟਿੰਗ ਚਾਰਜ ਬੇਸਿਕ ਉਹਨਾਂ ਨੂੰ ਪੇ ਕਰਨਾ ਹੁੰਦਾ, ਉਹੀ ਉਹ ਪੇ ਕਰਦੇ। ਚਲੋ ਉਹ ਤਾਂ ਬਹੁਤ ਅੱਛੀ ਗੱਲ ਆ ਜੀ, ਜਿਹੜੇ ਬੰਦੇ ਪੇ ਕਰ ਸਕਦੇ ਆ। ਪਰ ਤੁਸੀਂ ਇੱਕ ਜਿੱਦਾਂ ਆਰਗੇਨਾਈਜੇਸ਼ਨ ਜੇ ਵਧੀਆ ਖੜੀ ਕਰਨੀ ਹੋਵੇ ਤੁਹਾਡੇ ਕੋਲ ਇਨ ਫਿਊਚਰ ਜੇ ਟਾਈਮ ਹੋਵੇ ਤਾਂ ਉਹ ਵੀ ਕਰ ਸਕਦੇ ਆ, ਕਿਉਂਕਿ ਜਿੱਥੇ ਬਲੱਡ ਡੋਨਰ ਹੈਗੇ ਨੇ ਉੱਥੇ ਤੁਹਾਡੀ ਸੰਸਥਾ ਨੂੰ ਵੀ ਜਿਹੜੇ ਬੰਦੇ ਆ ਸਪੋਰਟ ਕਰ ਸਕਦੇ ਆ, ਕਿਉਂਕਿ ਉਹ ਹੁਣ ਤੁਹਾਡੇ ਗਰੁੱਪ ਦੇ ਉੱਤੇ ਆ ਕਿੰਨਾ ਕੁ ਆਪਣਾ ਟਾਈਮ ਜਿਹੜਾ ਇਸ ਪਾਸੇ ਲਾਣਗੇ। ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਆਪਣੇ ਇਸ ਗਰੁੱਪ ਦਾ ਨਾਮ ਵੀ ਦੱਸਿਆ ਸੀ, ਖੁਸ਼ੀ ਇੱਕ ਅਹਿਸਾਸ, ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਮੋਟੀਵੇਸ਼ਨਲ ਜਿੱਦਾਂ ਇੱਕ ਹੈਗਾ ਆ। ਤੇ ਤੁਸੀਂ ਉਹ ਤੋਂ ਆਪਣੇ ਦੋਸਤ ਦੀ ਗੱਲ ਕੀਤੀ ਸੀ ਗੌਰਵ ਹੁਣਾਂ ਦੀ, ਭਈ ਮੈਂ ਉਹਨਾਂ ਦੀ ਸਟੋਰੀ ਵੀ ਪੜ੍ਹੀ ਸੀ, ਉਹਨਾਂ ਨੂੰ ਦਿੱਲੀ ਦੇ ਵਿੱਚ ਖੂਨ ਨਹੀਂ ਮਿਲਿਆ ਤੇ ਫਿਰ ਉਹਨਾਂ ਨੂੰ ਪੰਜਾਬ ਜਾ ਕੇ ਜਿਹੜਾ ਖੂਨ ਮਿਲਿਆ ਸੀਗਾ, ਤੇ ਉਹ ਹੁਣ ਤੁਹਾਡੇ ਅੱਛੇ ਦੋਸਤ ਵੀ ਨੇ ਤੇ ਤੁਹਾਡੇ ਮਹੱਲੇ ਦੇ ਹੀ ਨਿਕਲੇ ਇੱਕ ਤਰ੍ਹਾਂ ਨਾਲ, ਤੁਹਾਡੇ ਗਲੀ ਦੇ ਹੀ ਤੁਹਾਡੇ ਦੋਸਤ ਬਣ ਗਏ ਨੇ ਤੁਸੀਂ ਰਲ ਕੇ ਕਿਸ ਤਰ੍ਹਾਂ। ਤੇ ਉਹ ਜਿਹੜਾ ਹੈਗਾ ਆ ਜੇ ਆਪਾਂ ਗਿਣਤੀ ਕਰੀਏ, ਕਿਉਂਕਿ ਉਹਨਾਂ ਨੂੰ ਖੂਨ ਜਾ ਕੇ ਪੰਜਾਬ ਮਿਲਿਆ ਪਰ ਉਹ ਲੋਕਾਂ ਲਈ ਖੂਨ ਦਿੱਲੀ ਦੇ ਵਿੱਚ ਫਰੀਦਾਬਾਦ ਚ ਦੇ ਰਹੇ ਨੇ। ਸੋ ਉਹ ਤੋਂ ਬਾਅਦ ਉਹ ਖੁਦ ਵੀ ਦਾਨੀ ਬਣੇ ਹੋਣਗੇ, ਤੇ ਉਹਨਾਂ ਦੀ ਕੀ ਸਟੋਰੀ ਆ ਜੀ? ਕਿੰਨੀ ਕੁ ਵਾਰ ਖੂਨ ਦਾਨ ਕਰ ਚੁੱਕੇ ਨੇ ਗੌਰਵ ਜੀ, ਤੇ ਕਿੰਨੀ ਕੁ ਵਾਰ ਤੁਸੀਂ ਕਰ ਚੁੱਕੇ ਹੋ? ਜੀ ਮੈਂ ਗੱਲ ਕਰਾਂਗਾ ਪਹਿਲੇ ਗੌਰਵ ਸਚਦੇਵਾ ਜੀ। ਹੂੰ। ਇਹ ਚੰਡੀਗੜ੍ਹ ਤੋਂ ਫਰੀਦਾਬਾਦ ਸ਼ਿਫਟ ਹੋਏ ਤੇ ਇਹਨਾਂ ਨੂੰ ਹੋ ਗਿਆ ਡੇਂਗੂ। ਹੂੰ। ਤੇ ਡੇਂਗੂ ਦੇ ਵਿੱਚ ਇਹਨਾਂ ਨੂੰ ਬਲੱਡ ਦੀ ਰਿਕੁਆਇਰਮੈਂਟ ਰਹੀ, ਤੇ ਇਹਨਾਂ ਦਾ ਲੋਕਲ ਨੈਟਵਰਕ ਕੋਈ ਬਹੁਤ ਜ਼ਿਆਦਾ ਖਾਸ ਸੀ ਨਹੀਂ। ਇਹਨਾਂ ਨੇ ਕੋਸ਼ਿਸ਼ ਕੀਤੀ, ਇਹਨਾਂ ਨੂੰ ਬਲੱਡ ਨਹੀਂ ਮਿਲਿਆ। ਫਿਰ ਇਹਨਾਂ ਦੇ ਪਿੱਛੇ ਫਰੈਂਡਸ ਆਪਣਾ ਚੰਡੀਗੜ੍ਹ ਸੀ, ਉਹਨਾਂ ਨੇ ਸਰਕਲ ਆਪਣਾ ਕਨੈਕਟ ਕੀਤਾ ਤੇ ਬਈ ਹੁਣ ਨਹੀਂ ਮਿਲ ਰਿਹਾ ਫਰੀਦਾਬਾਦ ਬਲੱਡ, ਤਾਂ ਕਿਉਂ ਨਾ ਇਹਨਾਂ ਨੂੰ ਆਪਣੇ ਲੋਕਲ ਏਰੀਆ 'ਚ ਸ਼ਿਫਟ ਕਰਾ ਕੇ ਇੱਥੇ ਹੀ ਟ੍ਰੀਟਮੈਂਟ ਕਰਾਈਏ। ਤੇ ਉਹ ਫਰੀਦਾਬਾਦ ਤੋਂ ਲੈ ਕੇ ਉਹਨਾਂ ਨੂੰ ਲੁਧਿਆਣਾ ਲੈ ਕੇ ਆ ਗਏ ਤੇ ਉੱਥੇ ਉਹਨਾਂ ਦਾ ਕੇਅਰ ਹੋਈ, ਉਹਨਾਂ ਨੂੰ ਬਲੱਡ ਵੀ ਅਰੇਂਜ ਕਰਾਇਆ ਉਹਨਾਂ ਨੇ। ਤੇ ਜਦੋਂ ਇਸ ਗੌਰਵ ਦੀ ਲਾਈਫ ਸੇਵ ਹੋਈ ਤੇ ਹੀ ਰਿਅਲਾਈਜ਼ ਕਿ ਯਾਰ ਇਹ ਤਾਂ ਬੜਾ ਟਿਪੀਕਲ ਕੰਮ ਹੈ ਕਿ ਸਾਰੇ ਰਿਸੋਰਸਿਸ ਹੈਗੇ, ਸਭ ਕੁਝ ਹੈਗਾ ਲਾਈਫ ਵਿੱਚ, ਲੇਕਿਨ ਅਗਰ ਸ਼ਾਰਟ ਆਫ ਬਲੱਡ ਅਗਰ ਕਿਸੇ ਨੂੰ ਹੋ ਜਾਏ ਤੇ ਉਹ ਬੰਦਾ ਲਾਈਫ ਤੋਂ ਚਲਾ ਜਾਏ, ਛੱਡ ਕੇ ਦੁਨੀਆ ਛੱਡ ਕੇ ਚਲਾ ਜਾਏ, तो विच इज वेरी सैड। एंड वो उस वास्ते इंस्पायरिंग स्टोरी बन गई थी। उन्हें डिसाइड कर लिया कि हुण मैं भी इस कॉज से कम करूंगा, मेरी जान किसी ने बचाई है तो मैं अगे हुण कोशिश करनी है अपने ब्लड तो ते बाकी होर लोगों को कनेक्ट करके किसी ना किसी जिंदगी बचानी हैगी। गौरव ने एज ऑफ नाउ 50 तो ऊपर बार ब्लड डोनेट करता है तो मैं भी अराउंड 45 टाइम्स ब्लड डोनेट, आई नेवर काउंट गुड डीड्स कि जेड़ा काम करता ते करता, बट अप्रोक्सीमेट आइडिया है 45 तो ऊपर बार ब्लड ਦੇ ਪਲੇਟਲੇਟਸ ਡੋਨੇਟ ਕਰ ਚੁੱਕੇ ਹਾਂ ਜੀ। ਬਹੁਤ ਚੰਗੀ ਗੱਲ ਹੈ ਜੀ। ਪਹਿਲੀ ਗੱਲ ਤਾਂ ਇੱਕ ਬਹੁਤ ਖੁਸ਼ੀ ਹੁੰਦੀ ਆ ਤੁਸੀਂ ਫਰੀਦਾਬਾਦ ਜਿਹੜਾ ਹਿੰਦੀ ਮੀਡੀਅਮ ਵਾਲੇ ਸਟੇਟ ਦੇ ਵਿੱਚ ਬਹਿ ਕੇ ਬਹੁਤ ਅੱਛੀ ਜਿਹੜੀ ਪੰਜਾਬੀ ਬੋਲ ਰਹੇ ਹੋ, ਤੇ ਤੁਸੀਂ ਆਪਣੇ ਬਜ਼ੁਰਗਾਂ ਬਾਰੇ, ਪਿਤਾ ਜੀ ਬਾਰੇ ਵੀ ਦੱਸਿਆ ਵੀ ਉਹਨਾਂ ਦਾ ਵੀ ਕਾਫੀ ਗੁਰਬਾਣੀ ਦੇ ਨਾਲ ਲਗਾਵ ਆ, ਤੇ ਪਿਛੋਕੜ ਤੁਹਾਡਾ ਪਾਕਿਸਤਾਨੀ ਪੰਜਾਬ ਨਾਲ ਜਿਹੜਾ ਆ, ਕਿਉਂਕਿ ਤੁਹਾਡੀ ਬੜੀ ਸ਼ੁੱਧ ਪੰਜਾਬੀ ਜਿਹੜੀ ਆ ਰਹੀ ਆ। ਸੋ ਇੱਕ ਚੀਜ਼ ਅਜੇ ਜੀ ਮੈਂ ਹੋਰ ਇਹ ਪੁੱਛਣਾ ਚਾਹਨਾ ਹੈਗਾ ਆ, ਤੁਸੀਂ ਜਿਵੇਂ ਇਹ ਰਲ ਕੇ ਵੱਡਾ ਕਰ ਰਹੇ ਹੋ, ਨਾਲ ਨਾਲ ਤੁਸੀਂ ਜਿਹੜੀਆਂ ਜੋਬਾਂ ਵੀ ਕਰ ਰਹੇ ਹੋਵੋਗੇ, ਇੱਕ ਮੈਨੂੰ ਦੱਸੋ ਜਿਹੜਾ ਉਹ ਨੈਗੇਟਿਵ ਹੈਗਾ, ਇਹ ਮਤਲਬ ਉਸ ਬੰਦੇ ਨੂੰ ਕੋਈ ਹੋਰ ਖੂਨ ਚੜ ਸਕਦਾ ਕਿ ਬਿਲਕੁਲ ਨਹੀਂ ਚੜ ਸਕਦਾ, ਕਿ ਉਹਨੂੰ ਉਹ ਨੈਗੇਟਿਵ ਹੀ ਲੱਭਣਾ ਪੈਂਦਾ? ਦੇਖੋ ਉਹ ਨੈਗੇਟਿਵ ਦੀ ਕੰਪੈਟੀਬਿਲਿਟੀ ਬਲੱਡ ਦੀ ਜਿਹੜੀ ਰਿਕਵਰੀ ਹੁੰਦੀ ਹੈ ਉਹ ਨੈਗੇਟਿਵ ਨਾਲ ਬੈਸਟ ਹੁੰਦੀ ਹੈ, ਤੇ ਉਹ ਨੈਗੇਟਿਵ ਯੂਨੀਵਰਸਲ ਡੋਨਰ ਹੈਗਾ। ਬਟ ਐਟ ਟਾਈਮਸ ਅਗਰ ਉਹਨੂੰ ਆਪ ਬਲੱਡ ਚਾਹੀਦਾ ਤਾਂ ਉਹਨੂੰ ਕੰਪੈਟੀਬਿਲਿਟੀ ਉਹ ਨੈਗੇਟਿਵ ਨਾਲ ਚਾਹੀਦੀ ਹੈ। ਸਪੋਜ਼ ਕਰੋ ਕੋਈ ਸਰਜਰੀ ਹੈਗਾ, ਕੋਈ ਐਕਸੀਡੈਂਟ ਕੇਸ ਹੈਗਾ, ਹੈਲਪ ਤਾਂ ਹੋ ਜਾਂਦੀ ਹੈ ਦੂਜੇ ਬਲੱਡ ਨਾਲ, ਬਟ ਮੋਸਟ ਆਫ ਦਾ ਟਾਈਮ ਡਾਕਟਰ ਕਹਿੰਦੇ ਹੈਗੇ ਵੀ ਸੇਮ ਬਲੱਡ ਗਰੁੱਪ ਲਿਆਓ ਤਾਂ ਰਿਕਵਰੀ ਫਾਸਟ ਹੋਏਗੀ, ਇਸ ਵਾਸਤੇ ਕ੍ਰਿਟੀਕਲ ਹੋ ਜਾਂਦਾ। ਸੋ ਜਿਹੜਾ ਉਹ ਨੈਗੇਟਿਵ ਆ ਉਹ ਕਿਸੇ ਨੂੰ ਵੀ ਲੱਗ ਸਕਦਾ, ਪਰ ਉਹ ਨੈਗੇਟਿਵ ਵਾਸਤੇ ਜਿੱਦਾਂ ਪ੍ਰੈਫਰ ਕੀਤਾ ਜਾਂਦਾ ਉਹਨੂੰ ਉਹ ਨੈਗੇਟਿਵ ਹੀ ਮਿਲੇ। ਜੀ ਜੀ, ਜਿੰਨੇ ਵੀ ਨੈਗੇਟਿਵ ਗਰੁੱਪ ਹੈਗੇ ਉਹਨਾਂ ਦੇ ਰਿਕਵਰੀ ਫਾਸਟ ਹੁੰਦੀ ਹੈ। ਜੇ ਨੈਗੇਟਿਵ ਬਲੱਡ ਗਰੁੱਪ ਮੈਚਿੰਗ ਮਿਲ ਜਾਏ ਤਾਂ ਰਿਕਵਰੀ ਬਹੁਤ ਫਾਸਟ ਹੁੰਦੀ ਹੈ, ਅਦਰਵਾਈਜ਼ ਟਾਈਮ ਬਹੁਤ ਜ਼ਿਆਦਾ ਲੱਗਦਾ ਤੇ ਡਾਕਟਰ ਚਾਂਸ ਲੈਂਦੇ ਉਸ ਕੇਸ ਵਿੱਚ ਕਿ ਨੈਗੇਟਿਵ ਨੂੰ ਨੈਗੇਟਿਵ ਹੀ ਚਲਾਉਣਾ। ਇਹ ਆਪਣੇ ਜਿਹੜਾ ਉਹ ਨੈਗੇਟਿਵ ਆ ਇੰਡੀਆ ਦੀ ਗੱਲ ਕਰੀਏ, ਜੇ ਮੈਂ ਨਿਊਜ਼ੀਲੈਂਡ ਦੀ ਗੱਲ ਕਰਾਂ ਤਾਂ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਡਾਟਾ ਹੈਗਾ ਜੀ 9% ਸ਼ੋ ਕਰਦਾ ਭਈ ਜਿਹੜੇ ਉਹ ਨੈਗੇਟਿਵ ਵਾਲੇ ਨੇ ਨਿਊਜ਼ੀਲੈਂਡ ਦੇ ਵਿੱਚ 9% ਆ। ਤੇ ਕੀ ਤੁਹਾਡਾ ਕੁਝ ਮਾੜਾ ਮੋਟਾ ਕੁਝ ਡਾਟਾ ਤੁਹਾਨੂੰ ਕਿਤੇ ਮਿਲਿਆ ਹੋਵੇ ਵੀ ਇੰਡੀਆ ਦੇ ਵਿੱਚ ਇਹ
ਕਿੰਨੇ ਕੁ ਪਰਸੈਂਟੇਜ ਹੈਗੀ ਆ ਉਹ ਨੈਗੇਟਿਵ ਵਾਲੀ ਆਪਣੀ ਜਨਸੰਖਿਆ? ਅਪਰੋਕਸੀਮੇਟਲੀ 5 ਤੋਂ 8% ਦੇ ਵਿੱਚ ਹੈਗੀ ਜਿਹੜੇ ਇੰਡੀਆ 'ਚ ਐਗਜ਼ਿਸਟ ਕਰਦੇ ਆ ਨੈਗੇਟਿਵ ਡੋਨਰਸ, ਉਹ ਨੈਗੇਟਿਵ ਡੋਨਰਸ ਦੀ ਗੱਲ ਕਰਾਂ ਤਾਂ। ਅੱਛਾ ਜੀ। ਜੀ। ਤੋ ਇਸ ਵੇਲੇ ਜਿਹੜੇ ਹਾਲਾਤ ਹੈਗੇ ਨੇ ਇੰਡੀਆ ਦੇ ਵਿੱਚ, ਜੇ ਸਿਹਤ ਡਿਪਾਰਟਮੈਂਟ ਦਾ ਦੇਖੀਏ ਤੇ ਜੀ ਗਰੀਬ ਜਿਹੜੀ ਲੋਕ ਹੈਗੇ ਆ, ਜਾਂ ਕਿਉਂਕਿ ਉਹਨਾਂ ਨੂੰ ਤਾਂ ਜਿਹੜਾ ਖੂਨ ਲੈਣਾ ਵੀ ਬੜਾ ਹਾਰਡ ਹੋ ਜਾਂਦਾ ਆ, ਜੀ ਤੇ ਜੀ ਜੀ। ਤੁਹਾਡਾ ਜਿਹੜਾ ਗਰੁੱਪ ਹੈਗਾ ਆ ਉਹ ਮਤਲਬ ਛੋਟੇ ਹਸਪਤਾਲਾਂ ਦੇ ਵਿੱਚ ਵੀ ਜਾ ਕੇ ਕਰਦਾ, ਜਿੱਥੋਂ ਵੀ ਤੁਹਾਨੂੰ ਕੋਈ ਅਪਰੋਚ ਆਉਂਦੀ ਹੈ, ਜਾਂ ਫਿਰ ਤੁਸੀਂ ਆਪਣੀ ਕੋਈ ਹੈਲਥ ਦਾ ਖਿਆਲ ਰੱਖ ਕੇ ਜਾਂ ਹਾਈਜੀਨਿਕ ਦਾ ਖਿਆਲ ਰੱਖ ਕੇ ਕੋਈ ਤੁਹਾਡੇ ਜਿਹੜੇ ਹਸਪਤਾਲ ਨੇ ਉਹ ਸਿਲੈਕਟਡ ਹੈਗੇ ਨੇ? ਦੇਖੋ ਜੀ, ਜਿਹੜਾ ਵੀ ਜ਼ਿਆਦਾਤਰ ਰਿਕੁਐਸਟ ਆਉਂਦੀ ਹੈ ਰਿਪਿਊਟਿਡ ਹਸਪੀਟਲ ਤੋਂ ਹੀ ਆਉਂਦੀ ਹੈ, ਕਿਉਂਕਿ ਡੇਟਾਬੇਸ ਜਿਹੜਾ ਹੈਗਾ, ਐਜੂਕੇਟਿਡ ਬੰਦਾ ਜਿਹੜਾ ਜਾਂਦਾ ਹੈਗਾ ਉਹ ਤਾਂ ਵੱਡੇ ਹਸਪੀਟਲ ਹੀ ਜਾਂਦਾ ਹੈ। ਬਟ ਇਟ ਇਜ਼ ਦੇਅਰ ਕਿ ਅਸੀਂ ਜਿਸ ਤਰ੍ਹਾਂ ਕਿਸੇ ਲੋਕਲ ਹਸਪੀਟਲ ਨੂੰ ਵੀ ਕਨੈਕਟ ਕਰਨਾ, ਤਾਂ ਮੈਂ ਰੋਟਰੀ ਬਲੱਡ ਬੈਂਕ ਨਾਲ ਵੀ ਕਨੈਕਟਡ ਹੈਗਾ, ਤੇ ਅੱਛਾ ਜੀ। ਰੋਟਰੀ ਬਲੱਡ ਬੈਂਕ ਦੇ ਥਰੂ ਉਹਨਾਂ ਨੂੰ ਸਪੋਰਟ ਕਰਦੇ, ਉਹਨਾਂ ਨੂੰ ਕਹਿੰਦੇ ਜਾ ਕੇ ਜਿੱਥੋਂ ਪੈਕੇਟ ਪਿਕਅਪ ਕਰੋ। ਤੇ ਜਿੰਨੇ ਵੀ ਸਿਵਲ ਹਸਪੀਟਲਸ ਹੈਗੇ ਉਹ ਸਪੋਰਟ ਕਰਦੇ ਹੈਗੇ ਕਿ ਬਾਹਰੋਂ ਵੀ ਤੁਸੀਂ ਪੈਕੇਟ ਲਿਆਓ ਤੇ ਤੁਹਾਡਾ ਕੰਮ ਚੱਲ ਜਾਏਗਾ। ਪ੍ਰਾਈਵੇਟ ਹਸਪੀਟਲ ਲਈ ਥੋੜਾ ਜਿਹਾ ਹੈਗਾ ਇਹ ਗੈਪ ਕਿ ਉਹ ਕਹਿੰਦੇ ਆਪ ਸਾਡੇ ਆਪਣੇ ਬਲੱਡ ਬੈਂਕ ਵਿੱਚ ਹੀ ਡੋਨੇਟ ਕਰੋਗੇ, ਉੱਥੇ ਹੀ ਟੈਸਟਿੰਗ ਹੋਏਗੀ, ਤਾਂ ਹੀ ਉਹ ਪੇਸ਼ੈਂਟ ਨੂੰ ਅਸੀਂ ਡੋਨੇਟ ਕਰਾਂਗੇ। ਤੇ ਬਾਅਦ ਨੋਰਮਲ ਛੋਟੇ ਹਸਪੀਟਲ ਜਿਨ੍ਹਾਂ ਦਾ ਆਪਣਾ ਬਲੱਡ ਬੈਂਕ ਨਹੀਂ ਹੈਗਾ, ਉਹ ਬਾਹਰੋਂ ਬਲੱਡ ਬੈਂਕ ਅਰੇਂਜ ਕਰਦੇ। ਤੇ ਰੋਟਰੀ ਬਲੱਡ ਬੈਂਕ ਇਜ਼ ਵਨ ਆਫ ਦਾ ਬਿਗ ਆਰਗੇਨਾਈਜੇਸ਼ਨ, ਰੋਟਰੀ ਇੰਟਰਨੈਸ਼ਨਲ, ਅਸੀਂ ਰੋਟਰੀ ਦੇ ਥਰੂ ਉਹਨਾਂ ਨੂੰ ਸਪੋਰਟ ਕਰਦੇ ਹੈਗੇ। ਬਹੁਤ ਵਧੀਆ ਜੀ, ਬਹੁਤ ਚੰਗਾ ਲੱਗਿਆ। ਤੇ ਇਹਦੇ ਨਾਲ ਹੀ ਕਿਉਂਕਿ ਇਹ ਤਾਂ ਤੁਹਾਡਾ ਓਕੇਜਨਲੀ ਮੈਂਬਰ ਟੂ ਮੈਂਬਰ ਹੈਗਾ, ਕੀ ਤੁਹਾਡੀ ਜੀ ਸੰਸਥਾ ਕੋਈ ਬਲੱਡ ਕੈਂਪ ਵੀ ਅਰੇਂਜ ਕਰਦੀ ਆ, ਜੀ ਜਿੱਦਾਂ ਫਰੀਦਾਬਾਦ ਜੀ 'ਚ ਹੋ ਗਿਆ, ਜਾਂ ਕੋਈ ਜਿਵੇਂ ਕੋਈ ਡੇ ਸਪੈਸ਼ਲ ਆ ਗਿਆ, ਕੋਈ ਦਿਨ ਤਿਉਹਾਰ ਜੀ। ਧਾਰਮਿਕ ਆ ਜਾਂਦਾ, ਬੰਦਾ ਅਰੇਂਜ ਕਰਦਾ, ਇਸ ਤਰ੍ਹਾਂ ਦੇ ਕੈਂਪ ਵੀ ਲੱਗ ਰਹੇ ਤੁਹਾਡੇ? ਹਾਂ, ਤੁਸੀਂ ਬੜੀ ਚੰਗੀ ਗੱਲ ਪੁੱਛੀ। ਤੇ ਹਲੇ 2 ਦਿਨ ਪਹਿਲੇ ਹੀ ਸਾਡਾ ਇੱਕ ਬੜਾ ਮੇਗਾ ਬਲੱਡ ਡੋਨੇਸ਼ਨ ਕੈਂਪ ਹੋਇਆ, ਜਿੱਥੇ ਪੌਪ ਸਿੰਗਰ ਸਾਡੇ ਦਲੇਰ ਮਹਿੰਦੀ ਜੀ, ਉਹਨਾਂ ਦੀ ਵਾਈਫ ਤਰਨ ਮਹਿੰਦੀ ਜੀ ਵੀ ਐਜ਼ ਅ ਚੀਫ ਗੈਸਟ ਆਏ ਸੀ, ਤੇ ਅਸੀਂ ਉੱਥੇ 2 ਦਿਨ ਪਹਿਲੇ 159 ਬਲੱਡ ਯੂਨਿਟ ਕਲੈਕਟ ਕੀਤੇ ਹੈਗੇ। ਇਹ ਉਹਨਾਂ ਬੱਚਿਆਂ ਵਾਸਤੇ ਕੀਤੇ ਐਸੇ ਜਿਨ੍ਹਾਂ ਨੂੰ ਹਰ ਮਹੀਨੇ ਥੈਲੇਸਮਿਕ ਬੱਚੇ ਹੈਗੇ, ਜਿਹਨਾਂ ਨੂੰ ਥੈਲੇਸਮੀਆ ਦੀ ਬਿਮਾਰੀ ਹੈਗੀ, ਤੇ ਹਰ ਮਹੀਨੇ ਹਸਪਤਾਲਾਂ ਦੇ ਚੱਕਰ ਲਾਣੇ ਪੈਂਦੇ ਆ ਬਲੱਡ ਦੀ ਕਮੀ ਦੀ ਵਜ੍ਹਾ। ਕੋਈ 15 ਦਿਨ ਬਾਅਦ ਜਾਂਦਾ ਬੱਚਾ, ਕੋਈ ਮਹੀਨੇ ਬਾਅਦ ਜਾਣਾ ਪੈਂਦਾ ਕਿਸੇ ਬੱਚੇ ਨੂੰ, ਤੇ ਕਿਸੇ ਨੂੰ 3 ਮਹੀਨੇ ਬਾਅਦ ਜਾਣਾ ਪੈਂਦਾ। ਅਸੀਂ ਉਹਨਾਂ ਬੱਚਿਆਂ ਵਾਸਤੇ, ਮੈਂ ਤੁਹਾਨੂੰ ਅਪਡੇਟ ਕਰਾਂਗਾ ਕਿ ਮੈਂ ਫਾਊਂਡਰ ਤੇ ਪ੍ਰੈਜ਼ੀਡੈਂਟ ਹੈਗਾ ਇੱਕ ਸੋਸ਼ਲ ਆਰਗੇਨਾਈਜੇਸ਼ਨ ਜਿਸ ਦਾ ਨਾਮ ਹੈਗਾ ਖੁਸ਼ੀ ਇੱਕ ਅਹਿਸਾਸ। ਤੇ ਖੁਸ਼ੀ ਇਸ ਤਰ੍ਹਾਂ ਹੈਗੀ, ਜਿੰਨਾ ਤੁਸੀਂ ਵੰਡੋਗੇ ਉਹ ਵਾਪਸ ਮਲਟੀਪਲਾਈ ਹੋ ਕੇ ਤੁਹਾਡੇ ਕੋਲ ਆਉਂਦੀ ਹੈ। ਵਾਹ ਜੀ ਤੇ ਵਾਹ, ਇਸ ਬਹੁਤ ਵਧੀਆ, ਬਹੁਤ ਵਧੀਆ। ਹਾਂਜੀ, ਇਸ ਆਰਗੇਨਾਈਜੇਸ਼ਨ ਵਿੱਚ ਬਹੁਤ ਅਲੱਗ-ਅਲੱਗ ਇਨੀਸ਼ੀਏਟਿਵ ਹੈਗੇ। ਅਸੀਂ ਜਿਹੜੇ ਬਜ਼ੁਰਗ ਹੈਗੇ, ਜਿਹੜੇ 올ਡ ਏਜ ਹੋਮ ਵਿੱਚ ਰਹਿੰਦੇ, ਜਿਨ੍ਹਾਂ ਦੇ ਬੱਚੇ ਛੱਡ ਕੇ ਬਾਹਰ ਚਲੇ ਗਏ, ਮਜਬੂਰੀ ਚਲੇ ਗਏ, ਜਾਂ ਕਿਸੇ ਫੈਮਿਲੀ ਪ੍ਰੋਬਲਮ ਦੀ ਵਜ੍ਹਾ ਉਹਨਾਂ ਨੂੰ 올ਡ ਏਜ ਹੋਮ ਰਹਿਣਾ ਪੈਂਦਾ ਹੈ। ਦੂਜਾ, ਅਸੀਂ ਛੋਟੇ ਬੱਚੇ ਜਿਹੜੇ ਸਲਮ ਏਰੀਆ ਚੋਂ ਆਉਂਦੇ ਹੈਗੇ ਤੇ ਛੋਟੇ-ਛੋਟੇ ਸਕੂਲਾਂ 'ਚ ਪੜ੍ਹਦੇ ਹੈਗੇ, ਉਹਨਾਂ ਦੀ ਐਜੂਕੇਸ਼ਨ ਵਿੱਚ ਹੈਲਪ ਕਰਦੇ ਹਾਂ। ਅਸੀਂ ਬਲੱਡ ਡੋਨੇਸ਼ਨ ਕੈਂਪ ਲਾ ਕੇ ਵੀ ਹੈਲਪ ਕਰਦੇ ਹਾਂ, ਤੇ ਇਸ ਤਰ੍ਹਾਂ ਵੋਲੰਟਰੀ ਬਲੱਡ ਡੋਨੇਸ਼ਨ ਵੀ ਹੋਰ ਗਰੁੱਪ ਵੀ ਹੈਗੇ ਸਾਡੇ ਨਾਲ। ਇਹ ਤਾਂ ਐਕਸਕਲੂਸਿਵ ਓ ਨੈਗੇਟਿਵ ਬਲੱਡ ਗਰੁੱਪ ਦੀ ਗੱਲ ਕਰ ਰਹੇ ਹਾਂ ਅਸੀਂ। ਇਸ ਦੇ ਹਾਂਜੀ। ਇਲਾਵਾ ਸਾਡੇ ਹੋਰ ਵੀ ਗਰੁੱਪ ਹੈਗੇ, ਜਿਨ੍ਹਾਂ 'ਚ ਕਿਹੜਾ ਵੀ ਗਰੁੱਪ ਅਸੀਂ ਨੀਅਰ ਬਾਏ ਲੋਕਲ ਕਮਿਊਨਿਟੀ 'ਚ ਸਪੋਰਟ ਕਰਦੇ ਹੈਗੇ। ਤੇ 올ਡ ਏਜ ਹੋਮ ਹੋ ਗਿਆ, ਐਜੂਕੇਸ਼ਨ ਹੋ ਗਿਆ, ਬਲੱਡ ਡੋਨੇਸ਼ਨ ਹੋ ਗਿਆ, ਇਹ 3 ਕਾਜ਼ ਤੇ ਅਸੀਂ ਕਨੈਕਟ ਕਰਨੇ ਆ ਸੋਸਾਇਟੀ ਨੂੰ ਥਰੂ ਖੁਸ਼ੀ ਇੱਕ ਅਹਿਸਾਸ। ਬਹੁਤ ਵਧੀਆ ਜੀ, ਬਹੁਤ ਵਧੀਆ। ਕਿਉਂਕਿ ਜਿਹੜਾ ਯੁੱਗ ਹੈਗਾ ਅਜੇ ਜੀ ਕਾਫੀ ਜਿਹੜਾ ਮਾਡਰਨ ਹੋ ਗਿਆ, ਹਰ ਕਿਸੇ ਕੋਲ ਮਤਲਬ ਬੰਦਾ ਕਹਿੰਦਾ ਮੇਰੇ ਕੋਲ ਆਪਣੇ ਲਈ ਟਾਈਮ ਹੈ ਨਹੀਂਗਾ, ਤੇ ਪਰ ਤੁਸੀਂ ਦੂਜਿਆਂ ਲਈ ਸਮਾਂ ਕੱਢ ਰਹੇ ਹੋ। ਇਹ ਜਿਹੜਾ ਇੱਕ ਉਪਕਾਰ ਹੁੰਦਾ, ਇੱਕ ਪਰਉਪਕਾਰ ਹੁੰਦਾ, ਤੁਸੀਂ ਵਾਕਈ ਜਿਹੜਾ ਪਰਉਪਕਾਰ ਕਰ ਰਹੇ ਹੋ। ਕਿਉਂਕਿ ਜਿਹੜਾ ਫਰੀਦਾਬਾਦ ਹੋਇਆ, ਦਿੱਲੀ ਹੋਇਆ, ਇੱਥੇ ਤਾਂ ਇੰਨੀ ਕੁ ਦੁਨੀਆ ਜਿੱਦਾਂ ਕਈ ਤਰ੍ਹਾਂ ਦੇ ਸੁਪਨੇ ਲੈ ਕੇ ਆਉਂਦੀ ਆ, ਪਰ ਬਹੁਤ ਵਾਰੀ ਇੱਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ, ਉੱਥੇ ਕੋਈ ਨਹੀਂ ਹੁੰਦਾ ਉਹਦੀ ਦੇਖਭਾਲ ਕਰਨ ਵਾਲਾ। ਇਹ ਜਿਹੜੀ ਸਮਾਜ ਸੇਵੀ ਸੰਸਥਾਵਾਂ ਜਿਵੇਂ ਤੁਸੀਂ ਚਲਾ ਰਹੇ ਹੋ, ਖੂਨਦਾਨ, ਜੀ ਮਹਾਦਾਨ ਇੱਕ ਜੀਵਨ ਦਾਨ ਦੇ ਬਰਾਬਰ ਆ, ਕਿਸੇ ਦੀ ਜ਼ਿੰਦਗੀ ਬਚਦੀ ਆ, ਇੱਕ ਬਹੁਤ ਵੱਡਾ ਜਿਹੜਾ ਪਰਉਪਕਾਰ ਆ ਜੀ। ਤੁਹਾਡੀ ਸਾਰੀ ਟੀਮ ਨੂੰ, ਜਿੰਨੇ ਵੀ ਤੁਹਾਡੇ ਗਰੁੱਪ ਦੇ ਮੈਂਬਰ 'ਚ, ਅਸੀਂ ਨਿਊਜ਼ੀਲੈਂਡ ਤੋਂ ਪੂਰਾ ਉਹਨਾਂ ਨੂੰ ਸਲੂਟ ਕਰਦੇ ਹਾਂ। ਤੇ ਮੈਂ ਥੈਂਕ ਯੂ। ਚਾਹਾਂਗਾ ਕਿ ਤੁਹਾਡੇ ਗਰੁੱਪ ਤੋਂ ਕੋਈ ਸੇਧ ਲੈ ਕੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਹੈਗੇ ਆ, ਜਿਹੜੇ ਵੀ ਬਲੱਡ ਡੋਨਰ ਹੈਗੇ ਨੇ, ਉਹ ਇੱਥੇ ਤੱਕ ਸੀਮਿਤ ਨਾ ਰਹਿਣ, ਕਿ ਆਪਣਾ ਸਾਲ ਦੇ ਵਿੱਚ 1 ਵਾਰੀ, 2 ਵਾਰੀ, 4 ਵਾਰੀ ਜਿੰਨਾ ਵੀ ਬਲੱਡ ਡੋਨੇਟ ਕੀਤਾ, ਤੇ ਬਾਅਦ ਵਿੱਚ ਉਹ ਕਿਸੇ ਮਤਲਬ ਭੁੱਲ ਜਾਣ ਕੇ ਦੁਬਾਰਾ ਫੇਰ ਹੀ ਆਉਣ। ਪਰ ਜੇ ਇਸ ਤਰ੍ਹਾਂ ਦਾ ਗਰੁੱਪ ਹੋਵੇ ਤਾਂ ਇਨ ਦਾ ਮੇਨ ਟਾਈਮ, ਐਨੀ ਟਾਈਮ ਜਦੋਂ ਕਿਸੇ ਨੂੰ ਲੋੜ ਪੈ ਸਕਦੀ ਆ, ਤਾਂ ਉਸ ਗਰੁੱਪ ਦੇ ਜਿਹੜੇ ਜੀ ਮੈਂਬਰ ਆ, ਕਿਉਂਕਿ ਉਹ ਜਿਹੜਾ ਖੂਨਦਾਨ ਵਾਸਤੇ ਸਾਹਮਣੇ ਆ ਸਕਦੇ ਆ। ਸੋ ਇਹ ਬਹੁਤ ਜੀ ਇੱਕ ਬੜੀ ਸੇਧ ਭਰਿਆ ਜਿਹੜਾ ਤੁਹਾਡਾ ਗਰੁੱਪ ਆ ਜੀ, ਉੱਥੋਂ ਸਾਨੂੰ ਸੇਧ ਮਿਲੀ ਆ। ਤੇ ਅਖੀਰ ਦੇ ਵਿੱਚ ਤੁਹਾਨੂੰ ਸਾਰੇ ਨਿਊਜ਼ੀਲੈਂਡ ਵਾਲੇ ਤੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਆ, ਉਹ ਤੁਹਾਨੂੰ ਦੇਖਣਗੇ। ਤੁਸੀਂ ਆਪਣੇ ਵੱਲੋਂ ਕੋਈ ਇੱਕ ਹੋਰ ਸੁਨੇਹਾ, ਜਾਂ ਕਿਸ ਤਰ੍ਹਾਂ ਜਿਹੜਾ ਹੋਰ ਉਹਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਬਲੱਡ ਡੋਨੇਸ਼ਨ ਕਰ ਸਕਦੇ ਆ, ਜਾਂ ਆਪਣੇ ਗਰੁੱਪ ਬਣਾ ਸਕਦੇ ਆ, ਕੈਂਪ ਲਗਾ ਸਕਦੇ ਆ, ਜੀ
ਤੇ ਕਿਸ ਤਰ੍ਹਾਂ ਜੀ। ਦਾ ਤੁਸੀਂ ਜਿਹੜੀ ਰਿਫਰੈਸ਼ਮੈਂਟ ਵਾਸਤੇ ਕਿਸ ਤਰ੍ਹਾਂ ਦੀ ਕੋਈ ਲੋੜ ਹੁੰਦੀ ਆ, ਜਾਂ ਨਸ਼ਿਆਂ ਤੋਂ ਕਿਵੇਂ ਬਚਾਅ ਰੱਖਣਾ ਆ, ਉਹਦੇ ਬਾਰੇ ਇੱਕ ਜਿਹੜਾ ਕਾਮਨ ਮੈਸੇਜ ਆ ਉਹ ਪਲੀਜ਼ ਸਾਰਿਆਂ ਨੂੰ ਦੇ ਦਿਓ। ਮੇਰਾ ਇੱਕ ਕਾਮਨ ਮੈਸੇਜ ਸਾਰਿਆਂ ਨੂੰ ਇਹੀ ਹੈਗਾ ਕਿ ਹਰ ਪਰਿਵਾਰ 'ਚ ਅਗਰ ਇੱਕ ਬਲੱਡ ਡੋਨਰ ਕ੍ਰੀਏਟ ਹੋ ਜਾਏ ਤੇ ਖੂਨ ਦੀ ਕੋਈ ਕਮੀ ਨਹੀਂ ਪੈਣੀ ਤੇ ਕੋਈ ਵੀ ਕੈਜੁਅਲਟੀ ਨਹੀਂ ਹੋਣੀ ਹਸਪੀਟਲ ਵਿੱਚ। ਤੇ ਲੋਕਾਂ 'ਚ ਥੋੜਾ ਮਿਥ ਹੈਗਾ ਕਿ ਬਲੱਡ ਡੋਨੇਟ ਕਰਨ ਨਾਲ ਸਾਡੇ ਸਰੀਰ ਵਿੱਚ ਕੋਈ ਕਮੀ ਹੋ ਜਾਏਗੀ ਜਾਂ ਕੋਈ ਇਨਫੈਕਸ਼ਨ ਹੋ ਜਾਏਗਾ, ਬਲਕਿ ਅਸੀਂ ਜਿਹੜਾ ਪੋਜ਼ਿਟਿਵ ਸੋਚ ਵਾਲੇ ਬੰਦੇ ਹੈਗੇ ਆ, ਇਸ ਤਰ੍ਹਾਂ ਸੋਚਦੇ ਆ ਕਿ ਅੱਜ ਅਗਰ ਤੁਸੀਂ ਬਲੱਡ ਡੋਨੇਟ ਕੀਤਾ ਤੇ ਤੁਹਾਡਾ ਬਲੱਡ ਟੈਸਟ ਹੋਣ ਤੋਂ ਬਾਅਦ ਤੁਹਾਡੇ ਬਲੱਡ ਵਿੱਚ ਜੋ ਵੀ ਡੈਫੀਸ਼ੀਐਂਸੀ ਹੈਗੀ ਉਹਨੂੰ ਰਿਕਵਰ ਕਰਨ ਵਾਸਤੇ ਤੁਸੀਂ ਮੈਡੀਕੇਸ਼ਨ ਲੈ ਸਕਦੇ ਹੋ, ਤੇ ਅਗਰ ਕੋਈ ਇਨਫੈਕਸ਼ਨ ਹੈਗਾ ਤੇ ਉਹਨੂੰ ਤੁਸੀਂ ਅਵੋਇਡ ਵੀ ਕਰ ਸਕਦੇ ਹੋ ਕਿ ਸਰਟਨ ਪੈਰਾਮੀਟਰਸ ਮੈਡੀਸਨ ਦੇ ਥਰੂ ਕਹਿ ਲਓ ਜਾਂ ਪ੍ਰੀਕਾਸ਼ਨਸ ਦੇ ਥਰੂ ਕਹਿ ਲਓ, ਆਪਣੇ ਆਪ ਨੂੰ ਹੈਲਦੀ ਤੇ ਫਿਟ ਬਣਾ ਸਕਦੇ ਹੋ। ਤੇ ਅਗਰ ਤੁਸੀਂ ਨਾਰਮਲ ਹੈਗੇ ਹੋ, ਹੈਲਦੀ ਹੈਗੇ ਹੋ, ਤੇ ਤੁਸੀਂ ਇੱਕ ਬਲੱਡ ਯੂਨਿਟ ਨਾਲ ਘੱਟ ਤੋਂ ਘੱਟ 3 ਜ਼ਿੰਦਗੀਆਂ ਨਾਲ ਜੁੜਦੇ ਹੈਗੇ ਹੋ, ਜਿਨ੍ਹਾਂ ਨੂੰ ਤੁਹਾਡਾ ਮਿਲਣਾ ਮੁਸ਼ਕਿਲ ਹੈਗਾ, ਲੇਕਿਨ ਬਾਬਾ ਜੀ ਦੀ, ਵਾਹਿਗੁਰੂ ਦੀ ਬਲੇਸਿੰਗ ਤੁਹਾਡੇ ਨਾਲ ਇਨਡਾਇਰੈਕਟਲੀ ਬਹੁਤ ਸਾਰੀ ਚੱਲਦੀ ਹੈ। ਤੇ ਜਦੋਂ ਤੁਸੀਂ ਕਿਸੇ ਨਾਲ ਚੰਗਾ ਕਰਦੇ ਹੋ ਤੇ ਤੁਹਾਡੇ ਨਾਲ ਬੁਰਾ ਪੂਰੀ ਜ਼ਿੰਦਗੀ ਕਦੇ ਨਹੀਂ ਹੋਣਾ। ਬਹੁਤ ਵਧੀਆ ਮੈਸੇਜ ਜੀ। ਇੱਕ ਚੀਜ਼ ਆਪਣੇ ਅਜੇ ਜੀ ਰਹਿ ਗਈ ਸੀ ਮੇਰੇ ਕੋਲ, ਤੁਹਾਡੇ ਗਰੁੱਪ ਦੇ ਵਿੱਚ ਕੀ ਆਪਣੀਆਂ ਮਹਿਲਾਵਾਂ ਵੀ ਹੈਗੀਆਂ ਜਾਂ ਲੜਕੀਆਂ ਹੈਗੀਆਂ, ਜਾਂ ਉਹ ਨੈਗੇਟਿਵ ਦੇ ਵਿੱਚ ਕਾਫੀ ਜੀ। ਉਹ ਵੀ ਨਾਲ ਸਹਿਯੋਗ ਕਰਦੀਆਂ? ਐਕਚੁਅਲੀ ਥੋੜਾ ਜਿਹਾ ਜਿਹੜੇ ਫੈਕਟਸ ਹੈਗੇ, ਫੀਮੇਲ ਥੋੜਾ ਘੱਟ ਡੋਨੇਟ ਕਰ ਪਾਉਂਦੀ ਹੈਗੀਆਂ। 10% ਫੀਮੇਲ ਸੀ ਬਲੱਡ ਡੋਨੇਸ਼ਨ, ਕਿਉਂਕਿ ਉਹਨਾਂ ਦਾ ਲਾਈਫ ਸਟਾਈਲ ਡਿਫਰੈਂਟ ਹੁੰਦਾ ਹੈਗਾ ਤੇ ਨੈਚੁਰਲ ਸਾਈਕਲ ਦੀ ਵਜ੍ਹਾ ਨਾਲ ਓਨਲੀ 10% ਫੀਮੇਲਸ ਕੈਨ ਡੋਨੇਟ ਐਸ ਪਰ ਮਾਈ ਅੰਡਰਸਟੈਂਡਿੰਗ। ਲੇਕਿਨ ਸਾਡਾ ਇੱਕ ਐਕਸਕਲੂਸਿਵ ਗਰੁੱਪ ਵੀ ਹੈਗਾ ਫੀਮੇਲ ਦਾ ਵੀ, ਉੱਥੇ 2-4 ਲੇਡੀਜ਼ ਕਾਫੀ ਐਕਟਿਵ ਹੈਗੀਆਂ, ਉਹ ਡੋਨੇਟ ਕਰਦੀਆਂ। ਬਟ ਕਾਜ਼ ਫੀਮੇਲ ਨੂੰ ਕਨੈਕਟ ਕਰਨ ਦਾ ਹੈ ਕਿ ਕਿਉਂਕਿ ਇਹਨਾਂ ਦੀ ਡਿਲੀਵਰੀ ਦਾ ਕੇਸ ਆਉਂਦਾ ਹੈ ਜਾਂ ਕੋਈ ਹੋਰ ਪ੍ਰੋਬਲਮ ਹੋ ਜਾਏ, ਤੇ ਇਹਨਾਂ ਨੂੰ ਵੀ ਅਸੀਂ ਗਰੁੱਪ ਵਿੱਚ ਕਨੈਕਟ ਕੀਤਾ ਕਿ ਬਈ ਤੁਸੀਂ ਵੀ ਮੈਸੇਜ ਸਪਰੈਡ ਕਰੋ। ਅਗਰ ਤੁਸੀਂ ਡੋਨੇਟ ਨਹੀਂ ਕਰ ਸਕਦੇ ਤਾਂ ਤੁਸੀਂ ਮੈਸੇਜ ਸਪਰੈਡ ਕਰ ਸਕਦੇ ਹੋ। ਬਿਲਕੁਲ, ਬਹੁਤ, ਕਿਉਂਕਿ ਇਹਦੇ ਵਿੱਚ ਵੀ ਇੱਕ ਬਹੁਤ ਵੱਡੀ ਜਿਹੜੀ ਆ ਸਿੱਖਿਆ ਲੁਕੀ ਹੋਈ ਆ। ਜਿੱਥੇ ਪੁਰਸ਼ ਜੀ ਜਿਹੜੇ ਆਪਣੇ ਨੂੰ ਮਤਲਬ ਥੋੜਾ ਹੈਲਦੀ ਹੁੰਦੇ ਆ ਕਿਉਂਕਿ ਡੋਨੇਟ ਕਰਨ ਦੇ ਵਿੱਚ, ਤੇ ਦੂਸਰਾ ਜਿਹੜੀ ਮਹਿਲਾਵਾਂ ਆ ਉਹਨਾਂ ਦੇ ਵਾਸਤੇ ਵੀ ਜਿਹੜੀ ਆਪਸ਼ਨ ਹੈਗੀ ਆ, ਇਹ ਵੀ ਇੱਕ ਵੱਡੀ ਜਿਹੜੀ ਸੇਵਾ ਆ ਉਹ ਕੀਤੀ ਜਾ ਸਕਦੀ ਆ। ਸੋ ਜੀ ਕਿਉਂਕਿ ਜਦੋਂ ਇੱਥੇ ਨਿਊਜ਼ੀਲੈਂਡ 'ਚ ਸਾਡੇ ਕੈਂਪ ਲੱਗਦੇ ਆ ਜੀ, ਉਹਦੇ ਵਿੱਚ ਕਾਫੀ ਜਿਹੜੀ ਗਿਣਤੀ ਆ ਮਹਿਲਾਵਾਂ ਵੀ ਪਹੁੰਚਦੀਆਂ ਆ। ਤੇ ਵੈਰੀ ਨਾਈਸ। ਇਹਦੇ ਉੱਤੋਂ ਵੀ ਇੱਕ ਜਿਹੜਾ ਪੁਆਇੰਟ ਜਿਹੜਾ ਸਿੱਖਣ ਨੂੰ ਮਿਲਦਾ ਆ ਕਿ ਲੇਡੀਜ਼ ਦੇ ਜਿਹੜੇ ਗਰੁੱਪ ਹੈਗੇ ਆ ਬਲੱਡ ਡੋਨੇਸ਼ਨ ਵਾਸਤੇ, ਉਹ ਅਲੱਗ ਜਿਹੜੇ ਹੈਗੇ ਆ ਡੋਨਰਸ ਹੈਗੇ ਆ ਗਰੁੱਪ ਬਣਾ ਸਕਦੇ ਆ। ਸੋ ਜੀ ਲੋੜ ਪੈਣ ਦੇ ਉੱਤੇ ਮੋਸਟ ਆਫ ਟਾਈਮ ਕਈ ਵਾਰ ਡਿਲੀਵਰੀ ਦੇ ਉੱਤੇ ਅਕਸਰ ਕਈ ਵਾਰ ਲੋੜ ਪੈ ਜਾਂਦੀ ਆ। ਸੋ ਜੀ ਬਹੁਤ ਅੱਛੀ ਗੱਲ ਆ ਜੀ। ਤੇ ਇਹ ਜਿਹੜੀ ਚੀਜ਼ ਹੈਗੀ ਆ, ਇਹ ਹਰ ਮਤਲਬ ਇੱਕ ਸ਼ਹਿਰ ਦੇ ਵਿੱਚ ਇੱਕ ਤਰ੍ਹਾਂ ਨਾਲ ਮੇਰੇ ਹਿਸਾਬ ਨਾਲ ਜਿਹੜੇ ਹੈਗੇ ਆ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈਗੀਆਂ, ਉਹਨਾਂ ਦਾ ਇੱਕ ਜਿਹੜਾ ਗਰੁੱਪ ਜੀ ਜਿਹੜਾ ਹੋਣਾ ਚਾਹੀਦਾ ਹੈਗਾ, ਤਾਂ ਕਿ ਲੋਕਲ ਲੈਵਲ ਦੇ ਉੱਤੇ ਜਿਹੜੀਆਂ ਸਾਰੀਆਂ ਸਹੂਲਤਾਂ ਆ ਇੱਕ ਦੂਜੇ ਨੂੰ ਮਿਲ ਜਾਣ। ਕਿਉਂਕਿ ਤੁਸੀਂ ਕਿਸੇ ਦਾ ਜੀਵਨ ਦਾਨ ਬਚਾ ਗਏ, ਤੇ ਜੀ ਜੇ ਉਹ ਜ਼ਿੰਦਗੀ ਤੁਹਾਨੂੰ ਕਿਸੇ ਵੀ ਮੋੜ ਦੇ ਉੱਤੇ ਮਿਲ ਕੇ, ਜਿੱਦਾਂ ਕਿ ਤੁਹਾਨੂੰ ਜਿਹੜੀ ਉਹ ਖੁਸ਼ੀ ਮਿਲਣੀ ਹੈ ਨਾ, ਜਿੱਦਾਂ ਤੁਸੀਂ ਕਿਹਾ ਖੁਸ਼ੀ ਇੱਕ ਅਹਿਸਾਸ, ਉਹ ਜਿਹੜੀ ਜੀ ਖੁਸ਼ੀ ਦਾ ਇੱਕ ਅਹਿਸਾਸ ਆ ਤੁਹਾਨੂੰ ਕਿਸੇ ਵੇਲੇ ਵੀ ਰਿਟਰਨ ਹੋ ਸਕਦਾ ਆ, ਪਰ ਜੀ ਬਸ਼ਰਤੇ ਕਿ ਅਸੀਂ ਉਹਨਾਂ ਨੂੰ ਜੀਵਨ ਦਾਨ ਦਿੱਤਾ ਹੋਵੇ। ਸੋ ਅਜੇ ਚਾਵਲਾ ਜੀ, ਬਹੁਤ ਹੀ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ। ਤੇ ਸਵੇਰੇ ਸਵੇਰੇ ਮੈਨੂੰ ਪਤਾ ਤੁਸੀਂ ਉੱਠੇ ਹੋ ਤੇ ਜੀ ਚਾਹ ਪਾਣੀ ਵੀ ਅਜੇ ਪੀਣਾ ਹੋਣਾ, ਤੇ ਮੈਂ ਚਾਹਾਂਗਾ ਜੀ ਤੁਹਾਡੇ ਤੋਂ ਜ਼ਰੂਰ ਜਿਹੜੀ ਵਰਲਡ ਵਾਈਡ ਜਿਹੜੀ ਸੇਧ ਲਈ ਜਾਵੇ। ਬਹੁਤ ਧੰਨਵਾਦ ਜੀ। ਜੀ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ।